ਚਲੋ ਸਟਾਰਟ ਕਰਦੇ ਹਾਂ। ਅੱਜ ਦਾ ਜੋ ਟੌਪਿਕ ਹੈ ਭਾਰਤ ਦੀ ਨਵੀਂ ਸਿੱਖਿਆ ਨੀਤੀ 2020 ਨਿਊ ਐਜੂਕੇਸ਼ਨ ਪਾਲਿਸੀ 2020 ਹੈ ਜੋ ਜਿਸ ਦਾ ਨੇਮ ਹੈ। ਇਹ ਐਨਟੀਟੀ ਦੇ ਸਿਲੇਬਸ ਦੇ ਵਿੱਚ ਸਪੈਸ਼ਲ ਸੈਕਸ਼ਨ ਈ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਨਿਊ ਐਜੂਕੇਸ਼ਨ ਪਾਲਿਸੀ 2020 ਨੂੰ ਪੜ੍ਹੋ ਤੁਸੀਂ। ਨਾਲ ਦੱਸਿਆ ਹੋਇਆ ਹੈ ਕਿ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਬਾਰੇ ਇਹਦੇ ਵਿੱਚ ਕੀ ਚਰਚਾ ਕੀਤੀ ਗਈ ਹੈ ਉਸ ਨੂੰ ਵੀ ਪੜ੍ਹੋ। ਠੀਕ ਹੈ। ਸੋ ਬੇਸਿਕਲੀ ਜੋ ਵੀ ਐਗਜ਼ਾਮ ਪੰਜਾਬ ਦੇ ਵਿੱਚ ਹੋ ਰਿਹਾ, ਚਾਹੇ ਉਹ ਪਟਵਾਰੀ ਦਾ ਹੈ, ਨਾਇਬ ਤਹਿਸੀਲਦਾਰ ਦਾ ਹੈ, ਜਾਂ ਈਟੀਟੀ ਬੇਸ ਤੇ ਟੈਟ ਦਾ ਹੈ, ਜਾਂ ਬੀਐਡ ਬੇਸ ਤੇ ਟੈਟ ਦਾ ਹੈ, ਉਹ ਸਭ ਲਈ ਇਹ ਜ਼ਰੂਰੀ ਹੈ, ਚਾਹੇ ਕੋਈ ਸੈਂਟਰ ਐਗਜ਼ਾਮ ਦੀ ਵੀ ਤਿਆਰੀ ਕਰ ਰਿਹਾ। ਸੋ ਇਹਦੇ ਵਿੱਚ ਬੇਸਿਕਲੀ ਜੋ ਮੇਨ ਪੁਆਇੰਟ ਆ ਉਹਨਾਂ ਦੇ ਬਾਰੇ ਮੈਂ ਦੱਸਾਂਗਾ ਕਿ ਕਿੱਥੋਂ ਕੀ ਕੁਐਸਚਨ ਪੁੱਛਿਆ ਜਾਏਗਾ। ਸੋ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ। ਵੈਸੇ ਤਾਂ ਇਹ ਸਾਰੀ ਵੀਡੀਓ ਹੀ ਇੰਪੋਰਟੈਂਟ ਹੈ ਅੱਜ ਦੀ ਮੀਟਿੰਗ, ਕਿਉਂਕਿ ਨਿਊ ਐਜੂਕੇਸ਼ਨ ਪਾਲਿਸੀ ਬਣੀ ਹੈ ਕਰੀਬ 34-35 ਸਾਲ ਬਾਅਦ। ਸੋ ਬੇਸਿਕਲੀ ਇਹਦੇ ਉੱਪਰ ਕੁਐਸਚਨ ਕਾਫੀ ਸਾਰੇ ਆਉਣ ਦੇ ਚਾਂਸਿਸ ਹੈਗੇ ਆ। ਸੋ ਨਿਊ ਐਜੂਕੇਸ਼ਨ ਪਾਲਿਸੀ ਕੀ ਕਹਿੰਦੀ ਹੈ ਕਿ 3 ਸਾਲ ਤੋਂ ਲੈ ਕੇ 18 ਸਾਲ ਦੇ ਬੱਚਿਆਂ ਨੂੰ ਜੋ ਸਿੱਖਿਆ ਦਿੱਤੀ ਜਾਏਗੀ ਉਹ ਰਾਈਟ ਟੂ ਐਜੂਕੇਸ਼ਨ ਐਕਟ ਜੋ 2009 ਦੇ ਵਿੱਚ ਬਣਾਇਆ ਗਿਆ ਸੀ ਬੇਸਿਕ ਸਿੱਖਿਆ ਦੇਣ ਦਾ, ਉਹਦੇ ਵਿੱਚ ਇਹਨੂੰ ਐਡ ਕੀਤਾ ਗਿਆ। ਜੋ ਰਾਈਟ ਟੂ ਐਜੂਕੇਸ਼ਨ 2009 ਦਾ ਐਕਟ ਸੀ ਉਹ ਕੀ ਕਹਿੰਦਾ ਸੀ 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਏ। ਲੇਕਿਨ ਇਹ ਕੀ ਕਹਿ ਰਿਹਾ ਹੈ, ਨਿਊ ਐਜੂਕੇਸ਼ਨ ਪਾਲਿਸੀ ਕੀ ਕਹਿ ਰਹੀ ਹੈ, 3 ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਨੂੰ ਜੋ ਹੈ ਸਿੱਖਿਆ ਬੇਸਿਕ ਸਿੱਖਿਆ ਜੋ ਹੈ ਦਿੱਤੀ ਜਾਏਗੀ। ਠੀਕ ਹੈ। ਇਸ ਤੋਂ ਬਾਅਦ ਜੋ ਨਵੀਂ ਸਿੱਖਿਆ ਦਾ ਮੁੱਖ ਉਦੇਸ਼ ਹੈ ਉਹ ਕੀ ਹੈ, 2025 ਤੱਕ ਪ੍ਰੀ ਪ੍ਰਾਇਮਰੀ ਸਿੱਖਿਆ ਨੂੰ ਜਿਸ ਦੀ ਉਮਰ ਸੀਮਾ ਰੱਖੀ ਹੈ 3 ਤੋਂ ਲੈ ਕੇ 6 ਸਾਲ ਨੂੰ ਸਰਵ ਵਿਆਪਕ ਬਣਾਉਣਾ। ਇਹ ਮੇਨ ਜੋ ਟੀਚਾ ਰੱਖਿਆ ਗਿਆ ਹੈ ਕਿ 3 ਤੋਂ ਲੈ ਕੇ ਜੋ 6 ਸਾਲ ਦੇ ਬੱਚੇ ਆ ਉਹਨਾਂ ਨੂੰ ਪ੍ਰੀ ਪ੍ਰਾਇਮਰੀ ਜੋ ਐਜੂਕੇਸ਼ਨ ਦੇਣੀ ਹੈ, ਤਾਂ ਕਿ ਸ਼ੁਰੂ ਤੋਂ ਹੀ ਲੈ ਕੇ ਇੱਕ ਬੇਸ ਤਿਆਰ ਕੀਤਾ ਜਾਏ। ਬੱਚੇ ਨੂੰ ਮੁੱਢਲੀ ਸਿੱਖਿਆ ਸ਼ੁਰੂ ਤੋਂ ਹੀ 3 ਸਾਲ ਦੀ ਉਮਰ ਤੋਂ ਦੇਣੀ ਸ਼ੁਰੂ ਕਰਕੇ ਉਸ ਦਾ ਬੇਸ ਬਣਾ ਦਿੱਤਾ ਜਾਏ, ਤਾਂ ਕਿ ਉਹ ਸਕੂਲ ਦੇ ਵਿੱਚ ਟਾਈਮ ਸਪੈਂਡ ਕਰਨਾ ਸ਼ੁਰੂ ਤੋਂ ਹੀ ਸਿੱਖ ਜਾਏ। ਨਾਲ ਹੀ ਇਹਦੇ ਵਿੱਚ ਕੀ ਕੀਤਾ ਗਿਆ, ਨਿਊ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਜੋ 1986 ਦੇ ਵਿੱਚ ਸਿੱਖਿਆ ਨੀਤੀ ਬਣੀ ਸੀ ਉਸ ਦੇ ਵਿੱਚ ਜੋ ਕਮੀਆਂ ਸੀ ਉਹਨਾਂ ਨੂੰ ਦੂਰ ਕਰਨ ਲਈ ਵੀ ਇਹ ਸਿੱਖਿਆ ਨੀਤੀ ਲਿਆਂਦੀ ਗਈ ਹੈ। ਉਹ ਕਮੀਆਂ ਕੀ ਸੀ ਅੱਗੇ ਆਪਾਂ ਚਰਚਾ ਕਰਾਂਗੇ। ਤੇ ਇੱਕ ਆਪਾਂ ਥੋਟ ਆਂਦਾ ਹੈ, ਇੱਕ ਡਾਇਰੈਕਟ ਕੁਐਸਚਨ ਹੀ ਇਹਦੇ ਤੋਂ ਪੁੱਛਿਆ ਜਾਂਦਾ ਹੈ ਕਿ ਗਾਂਧੀ ਦਾ ਸਿੱਖਿਆ ਬਾਰੇ ਕੀ ਵਿਚਾਰ ਸੀ। ਗਾਂਧੀ ਸਿੱਖਿਆ ਦੇ ਸੰਬੰਧ ਵਿੱਚ ਕਹਿੰਦੇ ਆ ਕਿ ਬੱਚੇ ਨੂੰ ਜੋ ਸਿੱਖਿਆ ਦਿੱਤੀ ਜਾਵੇ ਉਸ ਦੇ ਸਰੀਰ ਅਤੇ ਮਨ ਦੇ ਨਾਲ ਉਸ ਦੀ ਆਤਮਾ ਦਾ ਵੀ ਸਰਵਪੱਖੀ ਵਿਕਾਸ ਹੋਣਾ ਚਾਹੀਦਾ ਹੈ ਤੇ ਸਰਵ ਉੱਤਮ ਵਿਕਾਸ ਹੋਣਾ ਚਾਹੀਦਾ ਹੈ। ਇਹ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਗਾਂਧੀ ਦਾ ਕੀ ਵਿਚਾਰ ਸੀ ਸਿੱਖਿਆ ਨੂੰ ਲੈ ਕੇ। ਹੁਣ ਇਹਦੇ ਵਿੱਚ 2 ਵਰਡ ਆਏ ਆ, ਇੱਕ ਤਾਂ ਸਰਵਪੱਖੀ ਵਿਕਾਸ ਔਰ ਇੱਕ ਹੈ ਸਰਵ ਉੱਤਮ ਵਿਕਾਸ। ਸਰਵਪੱਖੀ ਵਿਕਾਸ ਮਤਲਬ ਹਰੇਕ ਪੱਖੋਂ ਵਿਕਾਸ, ਇਮੋਸ਼ਨਲ ਵਿਕਾਸ ਕਰਨਾ, ਇਮੋਸ਼ਨਲ ਡਿਵੈਲਪਮੈਂਟ ਕਰਨਾ, ਫਿਜ਼ੀਕਲ ਡਿਵੈਲਪਮੈਂਟ ਕਰਨਾ, ਮੈਂਟਲ ਡਿਵੈਲਪਮੈਂਟ ਕਰਨਾ, ਹੋਰ ਸਾਰੀਆਂ ਜੋ ਵੀ ਡਿਵੈਲਪਮੈਂਟ ਨੇ ਉਹ ਕਰਨਾ। ਸਰਵਉੱਤਮ ਦਾ ਮਤਲਬ ਹੈ ਸਭ ਤੋਂ ਉੱਚ ਕੋਟੀ ਦੀਆਂ ਡਿਵੈਲਪਮੈਂਟ ਕਰਨਾ, ਕਿ ਬੱਚੇ ਦੇ ਵਿੱਚ ਜੋ ਵੀ ਡਿਵੈਲਪਮੈਂਟ ਕਿਸੇ ਵੀ ਚੀਜ਼ ਨੂੰ ਲੈ ਕੇ ਹੋ ਰਹੀਆਂ ਉਹ ਸਰਵਉੱਤਮ ਕੋਟੀ ਦੀਆਂ ਹੋਣ। ਬੱਚਾ ਆਪਦੇ ਖੇਤਰ ਦੇ ਵਿੱਚ ਨਿਖਰਦਾ ਹੋਇਆ ਸਿਤਾਰਾ ਬਣੇ। ਜਿਵੇਂ ਖੇਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਆ ਕੌਣ ਕਰ ਰਿਹਾ, ਅਗਰ ਸਕਰੀਨ ਦੇ ਉੱਪਰ ਤੁਸੀਂ ਐਵੇਂ ਕਰੋਗੇ ਜਿਹੜਾ ਵੀ ਕਰੇਗਾ ਉਹਨੂੰ ਰਿਮੂਵ ਕੀਤਾ ਜਾਏਗਾ ਡਾਇਰੈਕਟ। ਠੀਕ ਹੈ, ਕਿਉਂਕਿ ਬਾਕੀ ਡਿਸਟਰਬ ਹੁੰਦੇ ਆ। ਤੁਸੀਂ ਇੱਕ ਟੀਚਰ ਬਣਨ ਜਾ ਰਹੇ ਹੋ, ਥੋੜਾ ਜਿਹਾ ਤੁਹਾਨੂੰ ਕਾਮਨ ਸੈਂਸ ਹੋਣੀ ਚਾਹੀਦੀ ਆ। ਠੀਕ ਹੈ। ਸਰਵਉੱਤਮ ਦਾ ਮਤਲਬ ਕੀ ਆ, ਡੋਟ ਵਾਲਾ ਕੌਣ ਹੈ, 1 ਮਿੰਟ ਰੁਕਿਓ। ਓਕੇ, ਸੋ ਸਟਾਰਟ ਕਰਦੇ ਹਾਂ। ਅੱਗੇ ਕੀ ਕਹਿੰਦੇ ਆ, ਬੇਸਿਕਲੀ ਇਹਦੇ ਵਿੱਚ ਸਿੱਖਿਆ ਦੇ ਬਾਰੇ ਵੀ ਦੱਸਿਆ ਗਿਆ ਹੈ ਕਿ ਸਿੱਖਿਆ ਹੈ ਕੀ। ਸਿੱਖਿਆ ਦਾ ਜੋ ਸ਼ਾਬਦਿਕ ਅਰਥ ਹੈ ਉਸ ਦਾ ਮਤਲਬ ਹੈ ਸਿੱਖਣਾ ਅਤੇ ਸਿੱਖਣ ਦੀ ਕਿਰਿਆ। ਸਿੱਖਣਾ ਦਾ ਮਤਲਬ ਜਿਵੇਂ ਮੈਂ ਪਹਿਲੀ ਕਲਾਸ ਦੇ ਵਿੱਚ ਹੀ ਤੁਹਾਨੂੰ ਦੱਸਿਆ ਸੀ ਜ਼ੂਮ ਮੀਟਿੰਗ ਦੀ ਜੋ CDP ਦੇ ਉੱਪਰ ਹੋਈ ਸੀ, ਸਿੱਖਿਆ ਦਾ ਮਤਲਬ ਹੈ ਉੱਪਰ ਨੂੰ ਉਠਾਉਣਾ, ਸਿੱਖਿਅਤ ਕਰਨਾ। ਐਜੂਕੇਸ਼ਨ ਤੋਂ ਲਿਆ ਗਿਆ ਇਹ ਵਰਡ ਹੈ ਐਜੂਕੇਅਰ ਤੋਂ। ਠੀਕ ਹੈ। ਸਿੱਖਿਆ ਦੁਆਰਾ ਕੀ ਕੀਤਾ ਜਾਂਦਾ ਹੈ ਕਿ ਗਿਆਨ ਅਤੇ ਹੁਨਰਾਂ ਨੂੰ ਵਧਾਇਆ ਜਾਂਦਾ ਹੈ ਤੇ ਨਾਲ ਹੀ ਆਦਮੀ ਨੂੰ ਇੱਕ ਯੋਗ ਨਾਗਰਿਕ ਬਣਾਇਆ ਜਾਂਦਾ ਹੈ। ਨਵੀਂ ਜੋ ਸਿੱਖਿਆ ਨੀਤੀ ਹੈ ਜੋ 2020 ਹੈ ਨਿਊ ਐਜੂਕੇਸ਼ਨ ਪਾਲਿਸੀ ਹੈ, ਉਹ ਇੱਕ ਘੋਸ਼ਣਾ ਕਰਦੀ ਹੈ ਕਿ ਜੋ ਮਨੁੱਖੀ ਸਰੋਤ ਮੰਤਰਾਲੇ ਸੀ, ਮਾਨਵ ਸੰਸਾਧਨ ਮੰਤਰਾਲੇ ਸੀ, ਉਸ ਦਾ ਨਾਮ ਬਦਲ ਕੇ ਸਿੱਖਿਆ ਮੰਤਰਾਲੇ ਕਰ ਦਿੱਤਾ ਗਿਆ।
ਸੋ ਡਾਇਰੈਕਟ ਇਹਦੇ ਤੇ ਕੁਐਸਚਨ ਆ ਜਾਂਦਾ ਹੈ। ਮਮਤਾ ਪਲੀਜ਼ ਨਾ ਕਰੋ। ਸੋ ਡਾਇਰੈਕਟ ਕੁਐਸਚਨ ਆ ਜਾਂਦਾ ਹੈ ਕਿ ਮਾਨਵ ਸੰਸਾਧਨ ਮੰਤਰਾਲੇ ਦਾ ਨਾਮ ਬਦਲ ਕੇ ਸਿੱਖਿਆ ਮੰਤਰਾਲੇ ਕਿਸ ਨੀਤੀ ਦੁਆਰਾ ਕੀਤਾ ਗਿਆ? ਉਹ ਨੀਤੀ ਹੈ ਨਿਊ ਐਜੂਕੇਸ਼ਨ ਪਾਲਿਸੀ 2020। ਇੱਕ ਤਾਂ ਕੁਐਸਚਨ ਤੁਹਾਡਾ ਇੱਥੋਂ ਹੀ ਬਣ ਜਾਂਦਾ ਹੈ। ਹੁਣ ਨਿਊ ਐਜੂਕੇਸ਼ਨ 2020 ਪਾਲਿਸੀ ਦੇ ਵਿੱਚ ਜੋ ਮਹੱਤਵਪੂਰਨ ਤੱਤ ਸੀ, ਇੰਪੋਰਟੈਂਟ ਫੈਕਟ ਸੀ, ਉਹ ਕੀ ਹੈ ਉਹਨਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ। ਜੋ ਆਖਰੀ ਰਾਸ਼ਟਰੀ ਸਿੱਖਿਆ ਨੀਤੀ ਸੀ, ਇਸ ਤੋਂ ਪਹਿਲਾਂ 2020 ਤੋਂ ਪਹਿਲਾਂ ਜੋ ਸਿੱਖਿਆ ਨੀਤੀ ਸੀ ਉਹ 1986 ਦੇ ਵਿੱਚ ਬਣੀ ਸੀ। ਉਹਦੇ ਵਿੱਚ ਇੱਕ ਸੋਧ ਕੀਤੀ ਗਈ, ਇੱਕ ਅਮੈਂਡਮੈਂਟ ਕੀਤੀ ਗਈ, ਉਹ 1992 ਦੇ ਵਿੱਚ ਕੀਤੀ ਗਈ। ਇਸ ਦੀ ਜੋ ਨਿਊ ਐਜੂਕੇਸ਼ਨ ਪਾਲਿਸੀ 2020 ਦੀ ਜੋ ਅਗਵਾਈ ਸੀ, ਜਿੰਦੀ ਕਮੇਟੀ ਬਣੀ ਸੀ, ਉਹਦੀ ਅਗਵਾਈ ਕੇ ਕਸਤੂਰੀ ਰੰਗਨ ਨੇ ਕੀਤੀ ਸੀ। ਇਸ ਤੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਨਿਊ ਐਜੂਕੇਸ਼ਨਲ ਪਾਲਿਸੀ 2020 ਦੀ ਕਮੇਟੀ ਦੀ ਅਗਵਾਈ ਕਰਨ ਵਾਲੇ ਮੈਂਬਰ ਕੌਣ ਸੀ? ਉਹਨਾਂ ਦਾ ਨਾਮ ਹੈ ਕੇ ਕਸਤੂਰੀ ਰੰਗਨ। ਸੋ ਨਾਲ ਹੀ ਇਹ ਕਹਿੰਦੀ ਹੈ ਨਿਊ ਐਜੂਕੇਸ਼ਨ ਸਿੱਖਿਆ ਪਾਲਿਸੀ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਸਿੱਖਿਆ ਸੈਕਟਰ ਦੇ ਉੱਤੇ ਜੋ ਸਰਕਾਰੀ ਖਰਚ ਹੋਏਗਾ ਉਹ GDP ਦਾ 6% ਹੋਣਾ ਚਾਹੀਦਾ ਹੈ। GDP ਦਾ ਮਤਲਬ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ। ਮਤਲਬ ਪਹਿਲਾਂ ਜੋ ਸਿੱਖਿਆ ਦੇ ਉੱਪਰ GDP ਦਾ ਖਰਚ ਹੋ ਰਿਹਾ ਸੀ ਉਹ ਸਿਰਫ 2 ਤੋਂ ਲੈ ਕੇ 3% ਤੱਕ ਹੋ ਰਿਹਾ ਸੀ। ਇਹਦੇ ਵਿੱਚ ਇਹ ਟੀਚਾ ਰੱਖਿਆ ਗਿਆ ਕਿ ਸਿੱਖਿਆ ਦੇ ਉੱਪਰ ਜੋ GDP ਦਾ ਖਰਚ ਹੈ, ਜੋ ਦੇਸ਼ ਦੀ GDP ਹੈ ਜਾਂ ਸਟੇਟ ਦੀ GDP ਹੈ, ਉਹਦਾ 6% ਖਰਚ ਕੀਤਾ ਜਾਏਗਾ। ਤੇ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਮਾਨਵ ਸੰਸਾਧਨ ਮੰਤਰਾਲੇ ਦਾ ਨਾਮ ਬਦਲ ਕੇ ਸਿੱਖਿਆ ਮੰਤਰਾਲੇ ਕਰ ਦਿੱਤਾ ਗਿਆ ਸੀ ਇਹਦੇ ਵਿੱਚ। ਸੋ ਹੁਣ ਇਹਦੇ ਵਿੱਚ ਕੀ ਹੈ, ਜੋ ਮੁੱਖ ਨੁਕਤੇ, ਜੋ ਮੁੱਖ ਫੈਕਟ ਆ ਰਾਸ਼ਟਰੀ ਸਿੱਖਿਆ ਨੀਤੀ ਦੇ, ਇੱਕ ਤਾਂ ਇਹ ਪ੍ਰੀ ਪ੍ਰਾਇਮਰੀ ਜੋ NTT ਦਾ ਐਗਜ਼ਾਮ ਦੇ ਰਹੇ ਆ ਉਹਨਾਂ ਲਈ ਵੀ ਇੰਪੋਰਟੈਂਟ ਆ। ਬਾਕੀ ਜੋ B.Ed ਦੇ ਲੈਵਲ ਤੇ ਐਗਜ਼ਾਮ ਦੇ ਰਹੇ ਆ ਜਾਂ ETT ਲੈਵਲ ਤੇ ਐਗਜ਼ਾਮ ਦੇ ਰਹੇ ਆ ਉਹਨਾਂ ਲਈ ਵੀ ਇੰਪੋਰਟੈਂਟ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਜੋ ਪ੍ਰਬੰਧ ਕੀਤਾ ਗਿਆ, ਸਕੂਲ ਸਿੱਖਿਆ ਨੂੰ ਲੈ ਕੇ ਪ੍ਰਬੰਧ ਕੀਤਾ ਗਿਆ ਕਿ ਸਕੂਲ ਦੇ ਉੱਪਰ ਕਿਸ ਲੈਵਲ ਦੇ ਬੱਚਿਆਂ ਨੂੰ ਕਿਹੜੇ ਪੱਧਰ ਦੇ ਵਿੱਚ ਰੱਖਿਆ ਜਾਏਗਾ। ਸਭ ਤੋਂ ਪਹਿਲਾਂ ਜੋ ਢਾਂਚਾ ਬਣਾਇਆ ਗਿਆ ਉਹ 5+3+3+4 ਦਾ ਢਾਂਚਾ ਬਣਾਇਆ ਗਿਆ, ਇੱਕ ਸਟਰਕਚਰ ਬਣਾਈ ਗਈ ਜਿਹਦੇ ਵਿੱਚ 5+3+3+4 ਦਾ ਫਾਰਮੂਲਾ ਜੋ ਹੈ ਰੱਖਿਆ ਗਿਆ। ਉਹ ਕੀ ਕਵਰ ਕਰਦਾ ਹੈ ਕਿ 3 ਤੋਂ ਲੈ ਕੇ 18 ਸਾਲ ਦੇ ਬੱਚਿਆਂ ਦੇ ਉਮਰ ਵਰਗ ਨੂੰ ਕਵਰ ਕਰਦਾ ਹੈ। ਜੋ ਪਹਿਲਾਂ ਸਿੱਖਿਆ ਦਾ ਅਧਿਕਾਰ ਐਕਟ ਸੀ 2009, ਉਹ ਕੀ ਕਹਿੰਦਾ ਸੀ 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਏਗੀ। ਲੇਕਿਨ ਇਹਦੇ ਵਿੱਚ 3 ਤੋਂ ਲੈ ਕੇ 18 ਸਾਲ ਦੇ ਬੱਚਿਆਂ ਨੂੰ ਕਵਰ ਕੀਤਾ ਗਿਆ। ਇਹਦੇ ਵਿੱਚ ਜੋ 5+3+3+4 ਦਾ ਫਾਰਮੂਲਾ ਹੈ ਉਹ ਕਿਸ ਤਰ੍ਹਾਂ ਹੈ ਉਹ ਮੈਂ ਡਿਟੇਲ ਵਿੱਚ ਤੁਹਾਨੂੰ ਦੱਸਣ ਜਾ ਰਿਹਾ। ਜੋ ਪਹਿਲੇ 5 ਸਾਲ ਆ ਜੋ ਬੇਸਿਕ ਜੋ ਨੀਂਹ ਰੱਖਦੇ ਆ ਉਹ ਪ੍ਰੀ ਪ੍ਰਾਇਮਰੀ ਪਲੱਸ ਗ੍ਰੇਡ 1A ਔਰ 2 ਦੇ ਆ। ਪ੍ਰੀ ਪ੍ਰਾਇਮਰੀ ਦੇ ਵਿੱਚ ਕੀ ਆਉਂਦਾ ਹੈ, ਜੋ ਨਰਸਰੀ ਹੈ, LKG ਜਾਂ UKG ਉਹ ਆ ਜਾਣਗੇ, ਨਾਲ ਹੀ ਫਸਟ ਐਂਡ ਸੈਕਿੰਡ ਕਲਾਸ ਆ ਜਾਏਗੀ। ਠੀਕ ਹੈ। ਇਸ ਤੋਂ ਬਾਅਦ ਅਗਲੇ 3 ਸਾਲ ਕੀ ਹੋਣਗੇ, 3rd 4th ਔਰ 5th ਦੇ ਹੋਣਗੇ। ਉਸ ਤੋਂ ਬਾਅਦ ਅਗਲੇ 3 ਸਾਲ ਜੋ ਹੋਣਗੇ ਅਪਰ ਪ੍ਰਾਇਮਰੀ ਦੇ ਹੋਣਗੇ, 6th 7th ਔਰ 8th ਨੂੰ ਐਡ ਕੀਤਾ ਗਿਆ। ਫਿਰ ਅਗਲੇ ਲੈਵਲ ਜੋ 4th ਹੈ ਉਹਦੇ ਵਿੱਚ ਸੈਕੰਡਰੀ ਔਰ ਉਸ ਤੋਂ ਉੱਪਰ ਵਾਲੇ ਐਡ ਕੀਤੇ ਆ, 9th 10th 11th 12th ਇਹਦੇ ਵਿੱਚ ਐਡ ਹੋ ਜਾਂਦੇ ਆ। ਸੋ ਬੇਸਿਕਲੀ ਜੋ NTT ਦਾ ਐਗਜ਼ਾਮ ਦੇ ਰਹੇ ਆ ਉਹਨਾਂ ਨੂੰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਜੋ ਪਹਿਲੇ 5 ਸਾਲ ਆ ਉਹਨਾਂ ਨੂੰ ਕਿਵੇਂ ਡਿਵਾਈਡ ਕੀਤਾ ਗਿਆ। 3 ਸਾਲ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇਣ ਲਈ, ਫਿਰ ਉਸ ਤੋਂ ਬਾਅਦ ਗ੍ਰੇਡ 1 ਔਰ 2 ਦੀ ਐਜੂਕੇਸ਼ਨ ਦੇਣ ਲਈ, ਮਤਲਬ ਫਸਟ ਔਰ ਸੈਕਿੰਡ ਦੀ ਐਜੂਕੇਸ਼ਨ ਦੇਣ ਲਈ। ਫਿਰ ਇਹਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਇੱਕ ਭਾਸ਼ਾ ਨੂੰ ਲੈ ਕੇ ਵੀ ਰੇਖਾ ਚਿੱਤਰ ਖਿੱਚਿਆ ਗਿਆ ਕਿ ਭਾਸ਼ਾ, ਕਿਸ ਭਾਸ਼ਾ ਵਿੱਚ ਬੱਚੇ ਨੂੰ ਸਿੱਖਿਆ ਦਿੱਤੀ ਜਾਏ। ਨਿਊ ਐਜੂਕੇਸ਼ਨ ਪਾਲਿਸੀ ਕੀ ਕਹਿੰਦੀ ਹੈ ਕਿ ਬੱਚੇ ਨੂੰ ਮਾਂ ਬੋਲੀ, ਸਥਾਨਕ ਜਾਂ ਖੇਤਰੀ ਭਾਸ਼ਾ ਦੇ ਵਿੱਚ 5ਵੀਂ ਜਮਾਤ ਤੱਕ ਪੜ੍ਹਾਇਆ ਜਾਵੇ। ਇਹ ਮਾਂ ਬੋਲੀ ਦੇ ਉੱਪਰ ਜ਼ੋਰ ਇੰਨਾ ਕਿਉਂ ਦਿੱਤਾ ਜਾ ਰਿਹਾ, ਕਿਉਂਕਿ ਬੱਚਾ ਜੋ ਹੈ ਆਪਣੀ ਮਾਂ ਬੋਲੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਸਿੱਖਦਾ ਹੈ। ਕਿਉਂਕਿ ਉਹ ਜੋ ਘਰ ਦੇ ਵਿੱਚ ਭਾਸ਼ਾ ਦੇ ਵਿੱਚ ਬੋਲ ਰਿਹਾ ਹੈ ਉਹਨੂੰ ਉਹੀ ਅਗਰ ਉਹਨੂੰ ਸਕੂਲ ਦੇ ਵਿੱਚ ਪੜ੍ਹਾਈ ਜਾਏਗੀ ਤਾਂ ਉਹ ਬੱਚਾ ਕੀ ਆ ਉਹ ਲੈਂਗੁਏਜ ਨਾਲ ਜਲਦੀ ਸਿੱਖੇਗਾ। ਅਗਰ ਬੱਚੇ ਨੂੰ ਘਰ ਦੇ ਵਿੱਚ ਪੰਜਾਬੀ ਬੋਲੀ ਸਿਖਾਈ ਜਾ ਰਹੀ ਹੈ ਜਾਂ ਪੰਜਾਬੀ ਬੋਲ ਰਿਹਾ ਹੈ, ਅਗਰ ਸਕੂਲ ਦੇ ਵਿੱਚ ਉਹਨੂੰ ਹਿੰਦੀ ਔਰ ਇੰਗਲਿਸ਼ ਦੇ ਵਿੱਚ ਸਿਖਾਇਆ ਜਾ ਰਿਹਾ ਹੈ ਤਾਂ ਬੱਚਾ ਓਨੀ ਫਾਸਟ ਲਰਨਿੰਗ ਨਹੀਂ ਕਰੇਗਾ ਉਸ ਲੈਂਗੁਏਜ ਵਿੱਚ ਜਿੰਨੀ ਉਹ ਮਾਂ ਬੋਲੀ ਦੇ ਨਾਲ ਕਰੇਗਾ। ਠੀਕ ਹੈ। ਨਾਲ ਹੀ ਇਸ ਨੀਤੀ ਵਿੱਚ ਕਿਹਾ ਗਿਆ ਕਿ 8ਵੀਂ ਜਮਾਤ ਅਤੇ ਉਸ ਤੋਂ ਬਾਅਦ ਜੋ ਪੜ੍ਹਾਈ ਹੋਏਗੀ, ਜੋ ਸੈਕੰਡਰੀ ਲੈਵਲ ਤੇ ਹੋਏਗੀ, ਉਹਦੇ ਵਿੱਚ ਵੀ ਮਾਂ ਬੋਲੀ ਨੂੰ ਪਹਿਲ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਮਤਲਬ ਇਹ ਜ਼ਰੂਰੀ ਨਹੀਂ ਹੈ ਕਿ ਬੱਚਾ ਅਪਰ ਲੈਵਲ ਵਿੱਚ ਜੋ ਵੀ ਪੜ੍ਹਾਈ ਕਰੇਗਾ ਉਹ ਇੰਗਲਿਸ਼ ਦੇ ਥਰੂ ਹੋਏਗੀ। ਜਿਵੇਂ ਆਪਾਂ ਦੇਖਦੇ ਹਾਂ ਕਿ +2 ਤੋਂ ਬਾਅਦ
ਜਾਂ +2 ਦੇ ਵਿੱਚ ਵੀ ਸਾਇੰਸ ਦੇ ਜੋ ਸਬਜੈਕਟ ਹੁੰਦੇ ਆ ਜਾਂ ਕਮਰਸ ਦੇ ਜੋ ਸਬਜੈਕਟ ਹੁੰਦੇ ਆ ਉਹ ਇੰਗਲਿਸ਼ ਦੇ ਵਿੱਚ ਪੜ੍ਹਾਏ ਜਾਂਦੇ ਆ। ਇਹਦੇ ਵਿੱਚ ਕੀ ਕਿਹਾ ਗਿਆ ਹੈ ਕਿ ਬੱਚੇ ਨੂੰ ਜੋ ਵੀ ਸਿੱਖਿਆ ਦਿੱਤੀ ਜਾਏਗੀ ਅੱਪਰ ਲੈਵਲ ਦੇ ਉੱਪਰ, ਉਹ ਵੀ ਉਸ ਨੂੰ ਮਾਂ ਬੋਲੀ ਦੇ ਵਿੱਚ ਪ੍ਰੋਵਾਈਡ ਕੀਤੀ ਜਾਏਗੀ। ਠੀਕ ਹੈ। ਨਾਲ ਹੀ ਇੱਕ ਹੋਰ ਫੈਕਟ ਜੋੜਿਆ ਗਿਆ ਹੈ ਕਿ ਜੋ ਆਪਣੀ ਸੰਸਕ੍ਰਿਤ ਹੈ, ਜੋ ਭਾਰਤ ਦੀ ਪੁਰਾਤਨ ਭਾਸ਼ਾ ਹੈ, ਤੇ ਹੋਰ ਪੁਰਾਣੀਆਂ ਭਾਸ਼ਾਵਾਂ ਜੋ ਭਾਰਤ ਦੀਆਂ ਨੇ ਉਹਨਾਂ ਨੂੰ ਵੀ ਉੱਚ ਵਿਦਿਆ ਦੇ ਵਿਦਿਆਰਥੀਆਂ ਲਈ ਉਪਲਬਧ ਕਰਾਇਆ ਜਾਏਗਾ। ਮਤਲਬ ਐਜ਼ ਅ ਆਪਸ਼ਨਲ ਸਬਜੈਕਟ ਉਹਨਾਂ ਨੂੰ ਵੀ ਬੱਚਿਆਂ ਲਈ ਰੱਖਿਆ ਜਾਏਗਾ ਕਿ ਬੱਚੇ ਸੰਸਕ੍ਰਿਤੀ ਜਾਂ ਹੋਰ ਜੋ ਪੁਰਾਣੀਆਂ ਆਪਣੀਆਂ ਵੈਦਿਕ ਸੰਸਕ੍ਰਿਤੀਆਂ ਦੀਆਂ ਭਾਸ਼ਾ ਨੇ, ਭਾਰਤ ਦੀਆਂ ਪੁਰਾਤਨ ਭਾਸ਼ਾਵਾਂ ਨੇ, ਉਹਨਾਂ ਨੂੰ ਵੀ ਆਪਸ਼ਨਲ ਸਬਜੈਕਟ ਲਈ ਰੱਖਿਆ ਜਾਏਗਾ। ਮਤਲਬ ਚੁਣਨ ਲਈ ਮਜਬੂਰ ਨਹੀਂ ਕੀਤਾ ਜਾਏਗਾ, ਐਜ਼ ਅ ਆਪਸ਼ਨਲ ਸਬਜੈਕਟ ਉਹ ਲੈ ਸਕਦੇ ਆ ਬੱਚੇ। ਉਸ ਤੋਂ ਬਾਅਦ ਹੈ ਫਿਜ਼ੀਕਲ ਐਜੂਕੇਸ਼ਨ, ਜਿਹਨੂੰ ਕਸਰਤ ਸਿੱਖਿਆ ਕਹਿੰਦੇ ਆ ਜਾਂ ਸਰੀਰਕ ਸਿੱਖਿਆ ਵੀ ਕਹਿ ਦਿੰਦੇ ਆ। ਇਹਨੂੰ ਵੀ ਐਡ ਕੀਤਾ ਗਿਆ। ਇਹਨੂੰ ਐਡ ਕਰਨ ਦਾ ਮੇਨ ਮਕਸਦ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੱਚੇ ਨੂੰ ਸ਼ੁਰੂ ਤੋਂ ਹੀ ਅਗਰ ਆਪਾਂ ਇਹਨੂੰ ਅੱਜ ਦੇ ਟਾਈਮ ਨਾਲ ਕੋਰਿਲੇਟ ਕਰਕੇ ਦੇਖੀਏ ਤਾਂ ਕੋਵਿਡ ਦੇ ਸਮੇਂ ਜੋ ਗਵਰਨਮੈਂਟ ਹੈ ਗਾਈਡਲਾਈਨ ਜਾਰੀ ਕਰ ਰਹੀ ਹੈ ਕਿ ਤੁਸੀਂ ਯੋਗਾ ਕਰੋ। ਜਿਵੇਂ ਕਿ ਤੁਸੀਂ ਪਿਛਲੇ ਸਾਲ ਹੀ ਦੇਖਿਆ ਹੋਏਗਾ ਕਿ ਸੈਂਟਰ ਗਵਰਨਮੈਂਟ ਵੱਲੋਂ ਵੀ ਇਹ ਗਾਈਡਲਾਈਨ ਜਾਰੀ ਕੀਤੀ ਗਈ ਸੀ ਕਿ ਜਿੰਨਾ ਹੋ ਸਕੇ ਯੋਗਾ ਕਰੋ ਕੋਵਿਡ ਤੋਂ ਬਚਣ ਲਈ। ਸੋ ਬੇਸਿਕਲੀ ਸ਼ੁਰੂ ਤੋਂ ਹੀ ਬੱਚੇ ਨੂੰ ਅਗਰ ਆਪਾਂ ਯੋਗਾ ਦੇ ਵਿੱਚ ਜਾਂ ਹੋਰ ਖੇਡਾਂ ਦੇ ਵਿੱਚ ਜਾਂ ਮਾਰਸ਼ਲ ਆਰਟ, ਜਿਵੇਂ ਆਪਣਾ ਪੰਜਾਬ ਦਾ ਮਾਰਸ਼ਲ ਆਰਟ ਹੈ ਗੱਤਕਾ, ਉਵੇਂ ਹੀ ਹੋਰ ਜੂਡੋ ਕਰਾਟੇ ਵਗੈਰਾ, ਡਾਂਸ, ਯੋਗਾ, ਹੋਰ ਖੇਡਾਂ ਕਰਾਈਆਂ ਜਾਣਗੀਆਂ ਤਾਂ ਬੱਚੇ ਦਾ ਕੀ ਹੋਏਗਾ, ਫਿਜ਼ੀਕਲ ਡਿਵੈਲਪਮੈਂਟ ਹੋਏਗੀ। ਠੀਕ ਹੈ। ਇਸ ਲਈ ਇਹਨੂੰ ਵੀ ਜੋ ਫਿਜ਼ੀਕਲ ਸਿੱਖਿਆ ਐਜੂਕੇਸ਼ਨ ਹੈ ਉਹਨੂੰ ਵੀ ਇਹਦੇ ਵਿੱਚ ਰੱਖਿਆ ਗਿਆ। ਨਾਲ ਹੀ ਇਹਦੇ ਵਿੱਚ ਕਰਿਕੂਲਮ ਦਾ ਇਵੈਲੂਏਸ਼ਨ ਅਤੇ ਉਹਦੇ ਵਿੱਚ ਸੁਧਾਰ ਕਰਨ ਲਈ ਵੀ ਇੱਕ ਪੇਸ਼ ਕੀਤਾ ਗਿਆ ਹੈ। ਇਹਦੇ ਵਿੱਚ ਕੀ ਕਿਹਾ ਗਿਆ ਹੈ ਕਿ ਪ੍ਰਸਤਾਵਿਤ ਸੁਧਾਰਾਂ ਦੇ ਅਨੁਸਾਰ ਕਲਾ ਅਤੇ ਵਿਗਿਆਨ, ਕਿੱਤਾ ਮੁਖੀ ਅਤੇ ਅਕਾਦਮਿਕ ਵਿਸ਼ਿਆਂ ਅਤੇ ਪਾਠਕ੍ਰਮਾਂ ਅਤੇ ਵਾਧੂ ਪਾਠਕ੍ਰਮਾਂ ਲਈ ਗਤੀਵਿਧੀਆਂ ਵਿੱਚ ਬਹੁਤ ਅੰਤਰ ਨਹੀਂ ਹੋਵੇਗਾ। ਮਤਲਬ ਬੇਸਿਕਲੀ ਅਗਰ ਸ਼ੋਰਟ ਦੇ ਵਿੱਚ ਦੱਸਿਆ ਜਾਵੇ, ਜੋ ਬੱਚੇ ਨੂੰ ਕਲਾਸ ਦੇ ਵਿੱਚ ਪੜ੍ਹਾਇਆ ਜਾ ਰਿਹਾ ਹੈ ਉਹ ਉਹਦੇ ਸਮਾਜ ਦੇ ਨਾਲ ਜੋ ਗਿਆਨ ਉਸ ਨੂੰ ਮਿਲ ਰਿਹਾ ਉਹਦੇ ਨਾਲ ਹੀ ਕੋਰਿਲੇਟ ਕਰੇਗਾ। ਬੱਚੇ ਨੂੰ ਜੋ ਪੜ੍ਹਾਇਆ ਜਾ ਰਿਹਾ ਉਹ ਸਮਾਜ ਦੇ ਵਿੱਚ ਵੀ ਉਹਨੂੰ ਯੂਜ਼ ਕਰ ਸਕਦਾ ਹੈ। ਅਗਰ ਬੱਚੇ ਨੂੰ ਪ੍ਰੋਫਿਟ ਔਰ ਲੋਸ ਪੜ੍ਹਾਇਆ ਜਾ ਰਿਹਾ ਹੈ ਤਾਂ ਬੱਚਾ ਉਹਨੂੰ ਸਮਾਜ ਦੇ ਵਿੱਚ ਅਗਰ ਕੋਈ ਚੀਜ਼ ਲੈਣ ਜਾਂਦਾ ਹੈ ਤਾਂ ਉਸ ਨੂੰ ਪਤਾ ਲੱਗੇਗਾ, ਜਾਂ ਬਿਜ਼ਨਸ ਕਰ ਰਿਹਾ ਤਾਂ ਉਸ ਨੂੰ ਪਤਾ ਹੋਏਗਾ ਕਿ ਕਿਸ ਚੀਜ਼ 'ਚੋਂ ਮੈਨੂੰ ਪ੍ਰੋਫਿਟ ਹੋ ਰਿਹਾ ਹੈ, ਕਿਸ 'ਚੋਂ ਲੋਸ ਹੋ ਰਿਹਾ। ਮਤਲਬ ਕਿੱਤਾ ਮੁਖੀ ਸਿੱਖਿਆ ਵੀ ਦਿੱਤੀ ਜਾਏਗੀ। ਕਿੱਤਾ ਮੁਖੀ ਸਿੱਖਿਆ ਦਾ ਮਤਲਬ ਸਕਿੱਲ ਇੰਡੀਆ ਸ਼ੁਰੂ ਤੋਂ ਹੀ ਪ੍ਰੋਵਾਈਡ ਐਜੂਕੇਸ਼ਨ ਕੀਤੀ ਜਾਏਗੀ, ਕਿਉਂਕਿ ਅਗਰ ਆਪਾਂ ਦੇਖੀਏ ਤਾਂ ਗਵਰਨਮੈਂਟ ਸੈਕਟਰ ਦੇ ਵਿੱਚ ਇੰਨੀਆਂ ਜੋਬ ਨਹੀਂ ਨੇ ਜਿੰਨੀਆਂ ਪ੍ਰਾਈਵੇਟ ਸੈਕਟਰ ਦੇ ਵਿੱਚ ਨੇ। ਇਸ ਲਈ ਬੱਚੇ ਨੂੰ ਸ਼ੁਰੂ ਤੋਂ ਹੀ ਕਿੱਤਾ ਮੁਖੀ ਸਿੱਖਿਆ ਦਿੱਤੀ ਜਾਏਗੀ। ਅਗਰ ਬੱਚਾ 8ਵੀਂ ਤੋਂ ਬਾਅਦ ਕੋਈ ਵੀ ਵੋਕੇਸ਼ਨਲ ਸਬਜੈਕਟ ਲੈਣਾ ਚਾਹੇਗਾ, ਚਾਹੇ ਉਹ ਡੇਅਰੀ ਫਾਰਮਿੰਗ ਹੋਏਗੀ ਜਾਂ ਕੋਈ ਹੋਰ ਮੁਰਗੀ ਪਾਲਣ ਹੋ ਗਿਆ, ਪਸ਼ੂ ਪਾਲਣ ਹੋ ਗਿਆ, ਜਾਂ ਕਿਸੇ ਹੋਰ ਬਿਜ਼ਨਸ ਰਿਲੇਟਿਡ ਕੋਈ ਵੀ ਸਬਜੈਕਟ ਹੋ ਗਿਆ, ਉਹਨੂੰ ਲੈਣਾ ਚਾਹੇਗਾ ਤਾਂ ਉਹ ਬੱਚੇ ਨੂੰ ਸ਼ੁਰੂ ਤੋਂ ਹੀ ਪ੍ਰੋਵਾਈਡ ਕਰ ਦਿੱਤਾ ਜਾਏਗਾ। ਮਤਲਬ ਬੱਚੇ ਨੂੰ ਸ਼ੁਰੂ ਤੋਂ ਹੀ ਸਕਿੱਲ ਕੀਤਾ ਜਾਏਗਾ ਕਿ ਬੱਚਾ ਅੱਗੇ ਜਾ ਕੇ ਬੇਰੁਜ਼ਗਾਰੀ ਨਾਲ ਨਾ ਲੜੇ। ਠੀਕ ਹੈ। ਇਸ ਤੋਂ ਬਾਅਦ ਕੀ ਕਿਹਾ ਗਿਆ ਕਿ 6ਵੀਂ ਜਮਾਤ ਤੋਂ ਹੀ ਵਿਦਿਅਕ ਪਾਠਕ੍ਰਮ ਦੇ ਵਿੱਚ ਕਿੱਤਾ ਮੁਖੀ ਸਿੱਖਿਆ ਨੂੰ ਐਡ ਕੀਤਾ ਜਾਏਗਾ। ਮਤਲਬ ਕਿੱਤਾ ਮੁਖੀ ਸਿੱਖਿਆ ਜੋ ਹੈ 6ਵੀਂ ਜਮਾਤ ਤੋਂ ਬਾਅਦ ਹੀ ਸ਼ੁਰੂ ਹੋ ਜਾਏਗੀ। ਹੁਣ ਅਗਰ ਦੇਖਦੇ ਹਾਂ ਤਾਂ ਹੁਣ ਦੇ ਸਮੇਂ ਦੇ ਵਿੱਚ ਕਿੱਤਾ ਮੁਖੀ ਸਿੱਖਿਆ ਜੋ ਹੈ ਆਪਾਂ ਨੂੰ ਨਹੀਂ ਪ੍ਰੋਵਾਈਡ ਕੀਤੀ ਜਾਂਦੀ। ਸੋ ਇਸ ਤੋਂ ਬਾਅਦ ਕੀ ਹੈ ਕਿ ਸਕੂਲ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਦਾ ਜੋ ਢਾਂਚਾ ਹੈ ਉਹ ਕਿਸ ਦੇ ਦੁਆਰਾ ਤਿਆਰ ਕੀਤਾ ਜਾਏਗਾ। ਇਸ ਦੇ ਉੱਪਰ ਕੁਐਸਚਨ ਬਣਦਾ ਹੈ ਕਿ ਜੋ ਨਿਊ ਐਜੂਕੇਸ਼ਨ ਪਾਲਿਸੀ ਕਹਿ ਰਹੀ ਹੈ ਉਹਦਾ ਜੋ ਸਿਲੇਬਸ ਹੈ, ਜੋ ਉਹਦਾ ਕਰਿਕੂਲਮ ਹੈ, ਉਹ ਕਿਸ ਦੇ ਦੁਆਰਾ ਤਿਆਰ ਕੀਤਾ ਜਾਏਗਾ। ਉਹ NCERT ਦੇ ਦੁਆਰਾ ਤਿਆਰ ਕੀਤਾ ਜਾਏਗਾ। ਇਹ ਡਾਇਰੈਕਟ ਕੁਐਸਚਨ ਪੁੱਛਿਆ ਜਾ ਸਕਦਾ ਹੈ। ਨਾਲ ਹੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ NCERT ਦੀ ਫੁੱਲ ਫਾਰਮ ਕੀ ਹੈ। NCERT ਦੀ ਫੁੱਲ ਫਾਰਮ ਹੈ ਨੈਸ਼ਨਲ ਕਾਉਂਸਿਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ। ਠੀਕ ਹੈ। ਮੈਂ ਰਿਪੀਟ ਕਰ ਰਿਹਾ, ਨੈਸ਼ਨਲ ਕਾਉਂਸਿਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ NCERT ਦੀ ਫੁੱਲ ਫਾਰਮ ਹੈ, ਔਰ ਇਹੀ ਉਹਦਾ ਰਾਸ਼ਟਰੀ ਪਾਠਕ੍ਰਮ ਦਾ ਢਾਂਚਾ ਜੋ ਹੈ ਤਿਆਰ ਕਰੇਗੀ। ਨਾਲ ਹੀ ਇਹਦੇ ਵਿੱਚ ਕਿਹਾ ਗਿਆ ਕਿ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਦੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਇਹ ਲਾਈਨ ਇੰਪੋਰਟੈਂਟ ਹੈ ਜੋ ਬਲੂ ਹੈ, ਕਲਾਸ 10th ਔਰ 12th ਦੇ ਵਿੱਚ ਜੋ ਪ੍ਰੀਖਿਆਵਾਂ ਨੇ ਉਹਨਾਂ ਵਿੱਚ ਤਬਦੀਲੀ ਕੀਤੀ ਜਾਵੇਗੀ। ਮਤਲਬ ਜੋ ਹੁਣ ਦੇ ਵਿੱਚ ਹੁਣ ਆਪਾਂ ਦੇਖੀਏ ਕਿ ਜੋ 10th ਔਰ +2 ਲੈਵਲ ਦੇ ਵਿੱਚ ਜੋ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਨੇ ਉਹ ਸਿਰਫ
ਇੱਕ ਰਾਈਟਿੰਗ ਮੈਥਡ ਯੂਜ਼ ਕੀਤਾ ਜਾ ਰਿਹਾ, ਬੱਚੇ ਨੂੰ ਸ਼ੋਰਟ ਆਨਸਰ ਲਿਖਣੇ ਪੈ ਰਿਹਾ ਜਾਂ ਐਸੇ ਲਿਖਣਾ ਪੈ ਰਿਹਾ ਜਾਂ 100 ਤੋਂ ਲੈ ਕੇ 150 ਵਰਡ ਤੱਕ ਦੇ ਕੁਐਸਚਨ ਆ ਰਹੇ ਆ। ਪਰ ਇਹਦੇ ਵਿੱਚ ਕੀ ਕਿਹਾ ਗਿਆ ਹੈ ਕਿ ਬੱਚੇ ਨੂੰ ਜੋ ਵੀ ਅੱਗੇ ਜਦੋਂ ਇਹ ਪਾਲਿਸੀ ਲਾਗੂ ਹੋਏਗੀ ਭਵਿੱਖ ਦੇ ਵਿੱਚ ਇਹ ਸੁਧਾਰ ਕੀਤਾ ਜਾ ਸਕਦਾ ਹੈ ਕਿ ਉਹਦੇ ਵਿੱਚ ਆਬਜੈਕਟਿਵ ਟਾਈਪ ਜੋ ਹੈ ਕੁਐਸਚਨ ਐਡ ਕੀਤੇ ਜਾਣਗੇ। ਲੇਕਿਨ ਅਗਰ ਹੁਣ ਆਪਾਂ ਦੇਖੀਏ ਕਰੋਨਾ ਦੇ ਟਾਈਮ ਦੇ ਵਿੱਚ ਕਈ ਯੂਨੀਵਰਸਿਟੀਆਂ ਜੋ ਇਹੋ ਜਿਹੀਆਂ ਵੀ ਨੇ ਉਹ ਆਬਜੈਕਟਿਵ ਟਾਈਪ ਕੁਐਸਚਨ ਦੇ ਨਾਲ ਹੀ ਲੈ ਰਹੇ ਆ ਐਗਜ਼ਾਮ। ਨਾਲ ਹੀ ਇੱਕ ਇੰਪੋਰਟੈਂਟ ਹੈ ਕਿ ਪਰਖ ਨਾਮਕ ਇੱਕ ਰਾਸ਼ਟਰੀ ਮੁਲਾਂਕਣ ਕੇਂਦਰ ਵਿਦਿਆਰਥੀਆਂ ਦੀ ਪ੍ਰਗਤੀ ਦਾ ਮੁਲਾਂਕਣ ਕਰੇਗਾ। ਇਸ ਦਾ ਨਾਮ ਤੁਸੀਂ ਯਾਦ ਰੱਖਣਾ ਹੈ ਕਿ ਪਰਖ ਨਾਮਕ ਇੱਕ ਨਵਾਂ ਰਾਸ਼ਟਰੀ ਮੁਲਾਂਕਣ ਕੇਂਦਰ ਹੋਏਗਾ ਜੋ ਵਿਦਿਆਰਥੀਆਂ ਦੀ ਪ੍ਰਗਤੀ ਦਾ ਮੁਲਾਂਕਣ ਕਰੇਗਾ ਕਿ ਵਿਦਿਆਰਥੀ ਕਿੰਨਾ ਕੁ ਡਿਵੈਲਪਮੈਂਟ ਹੋ ਰਿਹਾ, ਜੋ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ ਉਹ ਉਸਦੇ ਹਰੇਕ ਪੱਧਰ ਦੇ ਵਿੱਚ ਕਿੰਨਾ ਕੁ ਵਿਕਾਸ ਕਰ ਰਹੀ ਹੈ। ਸੋ ਇਸ ਦਾ ਨਾਮ ਤੁਸੀਂ ਯਾਦ ਰੱਖਣਾ ਹੈ ਕਿ ਉਸ ਦਾ ਨਾਮ ਹੈ ਪਰਖ। ਸਿੱਖਿਆ ਪ੍ਰਣਾਲੀ ਦੇ ਵਿੱਚ ਇਸ ਨੇ ਕੀ ਸੁਧਾਰ ਕੀਤੇ ਆ ਨਿਊ ਐਜੂਕੇਸ਼ਨ ਪਾਲਿਸੀ ਨੇ? ਇਹ ਕੀ ਕਹਿੰਦੀ ਹੈ ਕਿ ਅਧਿਆਪਕਾਂ ਦੀ ਨਿਯੁਕਤੀ ਲਈ ਅਸਰਦਾਰ ਅਤੇ ਪਾਰਦਰਸ਼ੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਏਗਾ ਤੇ ਸਮੇਂ-ਸਮੇਂ ਤੇ ਜੋ ਉਹਨਾਂ ਦੇ ਪ੍ਰਦਰਸ਼ਨ ਕੀਤੇ ਗਏ ਆ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਤਰੱਕੀ ਦਿੱਤੀ ਜਾਏਗੀ। ਹੁਣ ਅਗਰ ਆਪਾਂ ਪ੍ਰਮੋਸ਼ਨ ਦੇਖਦੇ ਹਾਂ ਤਾਂ ਜੋ ਈਟੀਟੀ ਵਾਲੇ ਆ ਉਹ ਕੀ ਕਰਦੇ ਆ ਕਿ ਈਟੀਟੀ ਤੋਂ ਬਾਅਦ ਹਾਇਰ ਐਜੂਕੇਸ਼ਨ ਨੂੰ ਪ੍ਰਾਪਤ ਕਰ ਲੈਂਦੇ ਆ ਤੇ ਬਾਅਦ ਵਿੱਚ ਪ੍ਰਮੋਟ ਹੋ ਜਾਂਦੇ ਆ ਬੀਐਡ ਟੀਚਰ ਦੇ ਵਿੱਚ। ਲੇਕਿਨ ਇਹ ਕੀ ਕਹਿ ਰਹੀ ਹੈ ਪਾਲਿਸੀ ਕਿ ਜੋ ਟੀਚਰ ਪ੍ਰਮੋਟ ਕੀਤਾ ਜਾਏਗਾ ਉਹ ਉਸਦੀ ਮੁਲਾਂਕਣ ਦੇ ਆਧਾਰ ਤੇ ਕੀਤਾ ਜਾਏਗਾ ਕਿ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਬੇਸ ਤੇ ਸਿੱਖਿਆ ਦੇ ਰਿਹਾ ਹੈ, ਉਹਨੇ ਕੀ ਬੱਚਿਆਂ ਦਾ ਡਿਵੈਲਪਮੈਂਟ ਕੀਤਾ। ਅਗਰ ਉਹ ਬੱਚਿਆਂ ਦਾ ਡਿਵੈਲਪਮੈਂਟ ਨਹੀਂ ਕਰ ਰਿਹਾ ਤਾਂ ਉਸ ਨੂੰ ਨਾਲ ਦੀ ਨਾਲ ਰਿਜ਼ਾਈਨ ਦੇਣਾ ਵੀ ਪੈ ਸਕਦਾ ਹੈ। ਇਸ ਲਈ ਗਵਰਨਮੈਂਟ ਨੇ ਇਸ ਪਾਲਿਸੀ ਦੇ ਵਿੱਚ ਇਹੋ ਜਿਹੀਆਂ ਕੰਡੀਸ਼ਨਾਂ ਨੂੰ ਰੱਖਿਆ ਹੋਇਆ ਹੈ ਕਿ ਜੋ ਉਹਨਾਂ ਨੂੰ ਪ੍ਰਮੋਸ਼ਨ ਮਿਲੇਗੀ ਉਹਨਾਂ ਦੇ ਪ੍ਰਦਰਸ਼ਨ ਦੇ ਆਧਾਰ ਤੇ ਮਿਲੇਗੀ। ਮਤਲਬ ਪ੍ਰਦਰਸ਼ਨ ਜੋ ਕਲਾਸਰੂਮ ਦੇ ਵਿੱਚ ਕਰ ਰਿਹਾ ਜਾਂ ਬੱਚਿਆਂ ਦੇ ਰਿਜ਼ਲਟ ਵਿੱਚ ਕਿੰਨਾ ਕੁ ਪ੍ਰਦਰਸ਼ਨ ਉਹਨਾਂ ਦਾ ਆ ਰਿਹਾ ਕਿ ਬੱਚਿਆਂ ਦਾ ਰਿਜ਼ਲਟ ਪਹਿਲਾਂ ਨਾਲੋਂ ਪੋਜ਼ਿਟਿਵ ਆ ਰਿਹਾ ਜਾਂ ਨੈਗੇਟਿਵ ਆ ਰਿਹਾ। ਠੀਕ ਹੈ। ਇਸ ਦੇ ਨਾਲ ਕੀ ਕਿਹਾ ਗਿਆ ਕਿ ਅਧਿਆਪਕ ਸਿੱਖਿਆ ਲਈ ਇੱਕ ਰਾਸ਼ਟਰੀ ਪਾਠਕ੍ਰਮ ਦਾ ਢਾਂਚਾ ਜੋ NCERT ਨਾਲ ਸਲਾਹ ਮਸ਼ਵਰੇ ਦੇ ਆਧਾਰ ਤੇ ਹੋਏਗਾ ਉਹਨੂੰ ਵਿਕਸਿਤ ਕੀਤਾ ਜਾਏਗਾ। ਨਾਲ ਹੀ ਕਿਹਾ ਗਿਆ ਕਿ 2030 ਤੱਕ ਅਧਿਆਪਨ ਲਈ ਘੱਟੋ ਘੱਟ ਡਿਗਰੀ ਯੋਗਤਾ ਜੋ ਹੋਏਗੀ 4 ਸਾਲਾਂ ਦੀ ਇੰਟੀਗ੍ਰੇਟਿਡ ਬੀਐਡ ਡਿਗਰੀ ਲਾਜ਼ਮੀ ਹੋਏਗੀ। ਹੁਣ ਅਗਰ ਆਪਾਂ ਦੇਖਿਆ ਜਾਏ ਕਿ ਜੋ BA ਕਰ ਰਿਹਾ ਉਹ 3 ਸਾਲ ਦੀ ਪਹਿਲਾਂ BA ਕਰ ਰਿਹਾ ਫਿਰ 2 ਸਾਲ ਦੀ ਬੀਐਡ ਕਰ ਰਿਹਾ। ਲੇਕਿਨ ਇੱਥੇ ਕੀ ਕਿਹਾ ਗਿਆ ਕਿ ਇੰਟੀਗ੍ਰੇਟਿਡ ਹੋਏਗੀ 4 ਸਾਲਾਂ ਦੀ। BA ਪਲੱਸ ਬੀਐਡ ਦੋਨੋਂ 4 ਸਾਲਾਂ ਦੇ ਵਿੱਚ ਕੰਪਲੀਟ ਹੋ ਜਾਣਗੀਆਂ ਔਰ ਜੋ ਇਹ ਕਰੇਗਾ ਉਹਨਾਂ ਨੂੰ 2030 ਦੇ ਵਿੱਚ ਟੀਚਿੰਗ ਲਈ ਪਹਿਲ ਦਿੱਤੀ ਜਾਏਗੀ। ਠੀਕ ਹੈ। ਨਾਲ ਹੀ ਇਹਦੇ ਵਿੱਚ ਇੱਕ ਉੱਚ ਸਿੱਖਿਆ ਕਮਿਸ਼ਨ ਜੋ ਭਾਰਤ ਦਾ ਉਹਨੂੰ ਵੀ ਰੱਖਿਆ ਗਿਆ ਕਿ ਉਹ ਕੀ ਕਰੇਗਾ ਨਿਊ ਐਜੂਕੇਸ਼ਨ ਪਾਲਿਸੀ ਦੇ ਅਨੁਸਾਰ ਦੇਸ਼ ਭਰ ਵਿੱਚ ਉੱਚ ਸਿੱਖਿਆ ਸੰਸਥਾਵਾਂ ਯਾਨੀ ਕਿ ਜੋ ਵੀ ਉੱਚ ਸਿੱਖਿਆ ਕਮਿਸ਼ਨ ਨੇ ਉਹਨਾਂ ਦੀ ਭੂਮਿਕਾ ਨੂੰ ਪੂਰਾ ਕਰਨ ਲਈ ਜੋ ਵੀ ਮੈਡੀਕਲ ਅਤੇ ਕਾਨੂੰਨੀ ਸਿੱਖਿਆ ਨੂੰ ਛੱਡ ਕੇ ਪੂਰੇ ਉੱਚ ਸਿੱਖਿਆ ਖੇਤਰ ਦੇ ਇੱਕ ਸੰਗਠਨ ਵਜੋਂ ਕੰਮ ਕਰੇਗਾ। ਇਸ ਤੋਂ ਪਹਿਲਾਂ ਜੋ ਸਿੱਖਿਆ ਨੀਤੀ ਸੀ 1986 ਦੇ ਵਿੱਚ ਸੀ ਉਸ ਦੇ ਬਾਰੇ ਵੀ ਚਰਚਾ ਕਰ ਲਈ ਹੈ। ਇਹਦੇ ਉੱਪਰ ਵੀ ਕੁਐਸਚਨ ਪੁੱਛੇ ਜਾ ਸਕਦੇ ਆ। ਇਸ ਨੀਤੀ ਦਾ ਮੇਨ ਉਦੇਸ਼ ਕੀ ਸੀ? ਅਸਮਾਨਤਾਵਾਂ ਨੂੰ ਦੂਰ ਕਰਨਾ। ਠੀਕ ਹੈ। ਜੋ ਵੂਮਨ ਨੂੰ ਲੈ ਕੇ SC ਔਰ ST ਨੂੰ ਲੈ ਕੇ ਹੋ ਰਹੀਆਂ ਸੀ ਉਹਨਾਂ ਨੂੰ ਦੂਰ ਕਰਨ ਲਈ ਇਹ ਮੇਨਲੀ ਸਿੱਖਿਆ ਨੀਤੀ ਬਣਾਈ ਗਈ ਸੀ। ਉਹਨਾਂ ਦੇ ਲਈ ਕੁਝ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਸੀ ਸਕੂਲਾਂ ਦੇ ਵਿੱਚ। ਨਾਲ ਹੀ ਇਹਨੇ ਆਪਰੇਸ਼ਨ ਬਲੈਕ ਬੋਰਡ ਸ਼ੁਰੂ ਕੀਤਾ ਸੀ। ਇਹਦੇ ਤੋਂ ਵੀ ਕੁਐਸਚਨ ਆ ਜਾਂਦਾ ਹੈ ਕਿ ਆਪਰੇਸ਼ਨ ਬਲੈਕ ਬੋਰਡ ਕਿਸ ਸਿੱਖਿਆ ਨੀਤੀ ਨੇ ਸ਼ੁਰੂ ਕੀਤਾ ਸੀ? ਉਹ 1986 ਦੀ ਸਿੱਖਿਆ ਨੀਤੀ ਨੇ ਸ਼ੁਰੂ ਕੀਤਾ ਸੀ। ਨਾਲ ਹੀ ਇਹ ਕੀ ਕਹਿੰਦੀ ਹੈ ਕਿ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਨਾਲ ਓਪਨ ਯੂਨੀਵਰਸਿਟੀ ਪ੍ਰਣਾਲੀ ਦਾ ਵਿਕਾਸ ਕੀਤਾ ਜਾਏਗਾ। ਇਸ ਦੇ ਨਾਲ ਹੀ ਕਹਿੰਦੀ ਹੈ ਪੇਂਡੂ ਭਾਰਤ ਵਿੱਚ ਜ਼ਮੀਨੀ ਪੱਧਰ ਤੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਮਹਾਤਮਾ ਗਾਂਧੀ ਦੇ ਮਾਡਲ ਨੂੰ ਅਪਣਾਇਆ ਜਾਏਗਾ। ਕਿ ਮਤਲਬ ਮਹਾਤਮਾ ਗਾਂਧੀ ਜਿਵੇਂ ਕਹਿੰਦੇ ਸੀ ਬੱਚਿਆਂ ਨੂੰ ਮਾਤ ਭਾਸ਼ਾ ਦੇ ਵਿੱਚ ਸਿੱਖਿਆ ਦਿੱਤੀ ਜਾਵੇ ਤਾਂ ਜੋ ਉਹਨਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇ। ਜੋ ਮਹਾਤਮਾ ਗਾਂਧੀ ਸੀ ਉਹ ਬ੍ਰਿਟਿਸ਼ ਰੂਲ ਦੇ ਟਾਈਮ ਇਹ ਕਹਿ ਰਹੇ ਸੀ ਕਿ ਪੱਛਮੀ ਸਿੱਖਿਆ ਬੱਚਿਆਂ ਦਾ ਸਰਵਨਾਸ਼ ਕਰੇਗੀ, ਇਸ ਲਈ ਬੱਚਿਆਂ ਨੂੰ ਭਾਰਤੀ ਸਿੱਖਿਆ ਦੇ ਭਾਰਤੀ ਭਾਸ਼ਾਵਾਂ ਦੇ ਅਕੋਰਡਿੰਗ ਹੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਹੁਣ ਸਪੈਸ਼ਲੀ ਜੋ ਐਨਟੀਟੀ ਵਾਲੇ ਆ ਉਹਨਾਂ ਲਈ ਆ ਮੇਨ ਜੋ ਫੈਕਟ ਆ ਇਹਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਕਿ 5 ਸਾਲਾਂ ਦਾ ਪ੍ਰੀ ਪਲਾਨ ਬਣਾਇਆ ਹੈ ਕਿ ਪਹਿਲੇ ਜੋ 3 ਸਾਲ ਹੋਣਗੇ ਬੱਚੇ ਆਂਗਣਵਾੜੀ ਵਿੱਚ ਪ੍ਰੀ ਸਕੂਲ ਦੀ ਪੜ੍ਹਾਈ ਲੈਣਗੇ। ਫਿਰ ਅਗਲੇ 2 ਸਾਲ ਜੋ ਹੋਣਗੇ ਫਸਟ ਔਰ ਸੈਕਿੰਡ ਦੇ ਹੋਣਗੇ
ਇਹੀ 5 ਸਾਲਾਂ ਦਾ ਜੋ ਪਾਠਕ੍ਰਮ ਹੈ ਪ੍ਰੀ ਪ੍ਰਾਇਮਰੀ ਸਕੂਲ ਲਈ ਅਪਣਾਇਆ ਗਿਆ। ਸੋ ਇਸ ਤੋਂ ਬਾਅਦ ਇਹ ਗੱਲ ਪਹਿਲਾਂ ਵੀ ਹੋ ਚੁੱਕੀ ਹੈ, 3 ਤੋਂ ਲੈ ਕੇ 8 ਸਾਲਾਂ ਦੀ ਉਮਰ ਦੇ ਬੱਚਿਆਂ ਨੂੰ ਕਵਰ ਕਰੇਗਾ ਜੋ ਪ੍ਰੀ ਪ੍ਰਾਇਮਰੀ ਸਕੂਲ ਦੇ ਪੜਾਅ ਹੈਗੇ ਆ ਫਸਟ ਲੈਵਲ। ਸੋ ਅੱਜ ਦੀ ਡਿਸਕਸ਼ਨ ਇੰਨੀ ਸੀ, ਅਗਰ ਕਿਸੇ ਦਾ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ, ਹੈਂਡ ਰੇਜ਼ ਕਰ ਲਿਓ। ਹੈ ਕਿਸੇ ਦਾ ਡਾਊਟ ਕੋਈ? ਹਾਂਜੀ ਹਰਦੀਪ ਸਿੰਘ। ਹੈਲੋ। ਹਾਂਜੀ ਰਾਜਵਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਜਿਹੜਾ ਤੁਸੀਂ ਪ੍ਰਾਂਤਨ ਦੇ ਵਿੱਚ ਦੱਸਿਆ ਸੀਗਾ ਫਰਕ ਸੀਗਾ, ਹਾਂਜੀ ਉਸ ਨੂੰ ਬੋਧਿਤ ਚ ਪੰਜਾਬੀ ਵਿੱਚ ਤਾਂ ਫਰਕ ਲਿਖਿਆ ਹੋਇਆ ਸੀ ਤੇ ਵੈਸੇ ਤੁਸੀਂ ਫਰਕ ਬੋਲਿਆ ਸੀ, ਸਹੀ ਕਿਹੜਾ? ਉਹ ਐਕਚੁਅਲੀ ਫਰਕ ਹੈ, ਉਹ ਟਾਈਪਿੰਗ ਐਰਰ ਹੈ। ਪੱਪਾ ਰਾਰਾ ਖੱਖਾ ਹੈ, ਠੀਕ ਹੈ। ਹੋਰ ਕੋਈ? ਹਰਦੀਪ ਸਿੰਘ ਆਪਣਾ ਮਾਈਕ ਅਨਮਿਊਟ ਕਰ ਲਓ। ਸਤਿ ਸ਼੍ਰੀ ਅਕਾਲ ਜੀ। ਵੀਰੇ ਆਵਾਜ਼ ਕਲੀਅਰ ਨਹੀਂ ਆਈ ਤੁਹਾਡੀ, ਇੱਕ ਵਾਰੀ ਰਿਪੀਟ ਕਰੋਗੇ? ਵੀਰੇ ਮੈਸੇਜ ਕਰ ਦਿਓ, ਫਿਰ ਵੀ ਆਵਾਜ਼ ਕਲੀਅਰ ਨਹੀਂ ਆ ਰਹੀ ਹੈ। ਜ਼ੂਮ ਤੇ ਹੀ ਮੈਸੇਜ ਕਰ ਦਿਓ, ਮੈਂ ਮੈਸੇਜ ਰੀਡ ਕਰਕੇ ਤੁਹਾਨੂੰ ਰਿਪਲਾਈ ਕਰਦਾ। ਹੋਰ ਕਿਸੇ ਦਾ ਕੋਈ ਡਾਊਟ? ਹਾਂਜੀ ਹੈਲੋ। ਹਾਂਜੀ ਐਸ਼ਵਰਿਆ। ਅੱਛਾ ਸਰ ਜੀ, ਗੱਲ ਇਸ ਤਰ੍ਹਾਂ ਹੈ ਕਿ ਪਾਲਿਸੀ ਵਿੱਚ ਦੱਸਿਆ ਸੀ, ਇਸ ਵਿੱਚ ਪਾਲਿਸੀ ਦੱਸਿਆ ਗਿਆ ਕਿ ਇੱਕ ਪ੍ਰਮੋਸ਼ਨ ਕਰ ਸਕਦੇ ਨੇ, ਹਾਂਜੀ, ਇੱਕ ਪ੍ਰਮੋਸ਼ਨ ਤੋਂ ਬਾਅਦ ਜੇ ਉਹਨੂੰ ਅਧਿਆਪਕ ਦੀ ਕਾਰਗੁਜ਼ਾਰੀ ਅੱਛੀ ਨਹੀਂ ਹੋਏਗੀ, ਹਾਂਜੀ, ਤੇ ਉਹਨੂੰ ਰਿਜ਼ਾਈਨ ਵੀ ਦੇਣਾ ਪੈ ਸਕਦਾ, ਅਸਤੀਫਾ ਦੇਣਾ ਪੈ ਸਕਦਾ ਹੈ। ਬਿਲਕੁਲ, ਜਬਰਨ ਰਿਟਾਇਰ ਕਰ ਸਕਦੀ ਹੈ ਗਵਰਨਮੈਂਟ। ਮਾਰੂਕਾਤ ਨਹੀਂ ਸਿੱਧ ਹੋ ਰਹੀ ਜੀ, ਉਹ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਲਿਆਉਣਾ ਚਾਹ ਰਹੇ ਆ। ਮੇਨਲੀ ਅਗਰ ਆਪਾਂ ਬੇਸਿਕਲੀ ਦੇਖਿਆ ਜਾਏ ਤਾਂ ਕਈ ਇਹੋ ਜਿਹੇ ਵੀ ਟੀਚਰ ਆ ਜਿਨ੍ਹਾਂ ਨੂੰ ਖੁਦ ਊੜਾ ਐੜਾ ਨਹੀਂ ਆ ਰਿਹਾ, ABC ਨਹੀਂ ਆ ਰਹੀ, ਸੰਡੇ ਮੰਡੇ ਨਹੀਂ ਆ ਰਿਹਾ। ਅਗਰ ਤੁਸੀਂ YouTube ਤੇ ਵੀ ਜਾਂ Facebook ਤੇ ਦੇਖਦੇ ਹੋ ਤਾਂ ਕਾਫੀ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਮਿਲ ਜਾਣਗੀਆਂ। ਅਗਰ ਉਹਨਾਂ ਨੂੰ ਖੁਦ ਹੀ ਸੰਡੇ ਮੰਡੇ ਬੋਲਣਾ ਨਹੀਂ ਆ ਰਿਹਾ ਜਾਂ ਮੰਥ ਦੇ ਨਾਮ ਨਹੀਂ ਆ ਰਹੇ ਤਾਂ ਉਹ ਬੱਚਿਆਂ ਨੂੰ ਕੀ ਪੜ੍ਹਾਉਣਗੇ? ਅਗਰ ਸੰਡੇ ਨੂੰ ਉਹ ਸੈਂਡੇ ਕਹਿ ਰਹੇ ਆ ਜਾਂ ਮੰਡੇ ਨੂੰ ਹੋਰ ਕੁਝ ਕਹਿ ਰਹੇ ਆ ਤਾਂ ਬੱਚਿਆਂ ਨੂੰ ਕਿੰਨੀ ਕੁ ਡਿਵੈਲਪਮੈਂਟ ਕਰਨਗੇ? ਇਸ ਲਈ ਗਵਰਨਮੈਂਟ ਜੋ ਹੈ ਜਬਰਨ ਰਿਟਾਇਰ ਦਾ ਫਾਰਮੂਲਾ ਜੋ ਅਪਣਾਏਗੀ। ਦੇਖੋ ਜਬਰਨ ਰਿਟਾਇਰ ਸਿਰਫ ਟੀਚਿੰਗ ਲੈਵਲ ਦੇ ਵਿੱਚ ਨਹੀਂ ਹੋ ਰਿਹਾ, ਅਗਰ ਆਪਾਂ ਵੱਡੇ ਪੱਧਰ ਤੇ ਦੇਖੀਏ IAS ਜੋ DC ਹੁੰਦੇ ਆ, IPS ਜੋ ਪੁਲਿਸ ਸਰਵਿਸ ਵਿੱਚ ਆ, ਉਹਨਾਂ ਨੂੰ ਵੀ ਗਵਰਨਮੈਂਟ ਜਬਰਨ ਰਿਟਾਇਰ ਕਰ ਰਹੀ ਹੈ ਅਗਰ ਉਹ ਚੰਗੇ ਕੰਮ ਨਹੀਂ ਕਰ ਰਹੇ ਤਾਂ। ਬਹੁਤ ਸਾਰੇ ਜਬਰਨ ਰਿਟਾਇਰ ਹੋਏ ਆ ਆਹੀ 2-3 ਸਾਲਾਂ ਦੇ ਵਿੱਚ ਅਗਰ ਤੁਸੀਂ ਅੰਕੜਾ ਕੱਢ ਕੇ ਦੇਖੋਗੇ ਤਾਂ ਗੂਗਲ ਦੇ ਵਿੱਚੋਂ। ਅੱਛਾ ਸਰ ਜੀ, ਇੱਕ ਗੱਲ ਹੋਰ ਦੱਸੋ ਤੁਸੀਂ। ਹਾਂਜੀ। 3 ਸਾਲ ਜਿਹੜੇ ਹੋ ਗਏ ਆਪਣੇ ਪ੍ਰਾਇਮਰੀ ਦੇ ਹੋ ਗਏ, ਆਂਗਨਵਾੜੀ ਦੇ ਹੋ ਗਏ, ਜਿਹੜੇ ਬਾਅਦ ਜਿਹੜੇ ਪਹਿਲੀ ਕਲਾਸ ਦੂਜੀ ਕਲਾਸ ਹੈ ਇਹ ਵੀ ਨਾਲ ਇਨਕਲੂਡ ਹੋ ਗਿਆ। ਉਹ ਫਸਟ 5 ਸਾਲ ਆ, ਉਹ ਫਸਟ 5 ਸਾਲ ਆ ਜੋ ਇਹਨਾਂ ਨੇ ਪਾਲਿਸੀ ਬਣਾਈ ਆ 5+3+3+4। ਉਹਦੇ ਅਕੋਰਡਿੰਗ ਜੋ ਹੈ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਨਰਸਰੀ LKG ਔਰ ਜੋ ਆਂਗਣਵਾੜੀ ਕਲਾਸਿਸ ਕਹਿ ਲਈਏ, ਉਸ ਤੋਂ ਬਾਅਦ ਫਸਟ ਔਰ ਸੈਕਿੰਡ ਨੂੰ ਵੀ ਪਹਿਲੇ 5 ਸਾਲਾਂ ਦੇ ਵਿੱਚ ਇਨਕਲੂਡ ਕੀਤਾ ਗਿਆ। ਅਗਰ ਈਅਰ ਦੀ ਗੱਲ ਕਰੀਏ, ਬੱਚੇ ਦੀ ਉਮਰ ਦੀ ਗੱਲ ਕਰੀਏ ਤਾਂ ਉਹ 3 ਤੋਂ ਲੈ ਕੇ 8 ਸਾਲ ਹੋਏਗੀ। ਹਾਂਜੀ ਹਾਂਜੀ, ਇਹ ਵੀ ਯਾਦ ਰੱਖ ਲਿਓ 3 ਤੋਂ 8 ਸਾਲ, ਇਹ ਕੁਐਸਚਨ ਆ ਸਕਦਾ। ਬੱਚੇ ਦਾ ਉਮਰ ਵਰਗ ਹੋਏਗਾ 3 ਤੋਂ ਲੈ ਕੇ 8 ਸਾਲ। ਮੈਸੇਜ ਦੇਖ ਲਾਂ 1 ਮਿੰਟ। ਆਵਾਜ਼ ਨਹੀਂ ਆ ਰਹੀ ਸਰ, ਆਵਾਜ਼ ਨਹੀਂ ਆ ਰਹੀ। ਮੇਰੀ ਆਵਾਜ਼ ਕਦੋਂ ਤੋਂ ਨਹੀਂ ਆ ਰਹੀ ਹੈ? ਰੁਪਿੰਦਰ ਕੌਰ ਕਹਿ ਰਹੇ ਆ ਸਰ ਕੌन सा चैप्टर करवा रहे हो? चैप्टर नहीं है, जो गवर्नमेंट ने न्यू एजुकेशन पॉलिसी 2020 जो लागू ਕੀਤੀ ਹੈ ਉਹਦੇ ਉੱਪਰ ਡਿਸਕਸ਼ਨ ਹੋ ਰਹੀ ਹੈ ਔਰ ਐਂਟੀਟੀ ਦੇ ਸਿਲੇਬਸ ਦੇ ਵਿੱਚ ਸੈਕਸ਼ਨ E ਦੇ ਵਿੱਚ ਸਪੈਸ਼ਲ ਇਹ ਮੈਂਸ਼ਨ। ਸੋ ਸਾਰੀ
ਆਰਟੀ 2009 ਦੇ ਸੈਕਸ਼ਨ ਈ ਚ ਐਡ ਹੈ। ਆਰਟੀ 2009 ਦੇ ਬਾਰੇ ਸੰਜੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਮਮਤਾ ਕਹਿ ਰਿਹਾ ਥੈਂਕ ਯੂ ਸਰ, ਆ ਰਹੀ ਸੀ ਸਟਾਰਟਿੰਗ ਤੋਂ ਨਹੀਂ ਆ ਰਹੀ ਸੀ, ਕੋਈ ਇਸ਼ੂ ਸੀ। ਓਕੇ ਓਕੇ, ਹਾਂ ਹੋਰ ਕਿਸੇ ਦਾ ਕੋਈ ਕੁਐਸਚਨ ਹੈ ਜਾਂ ਕੋਈ ਐਡ ਕਰਨਾ ਚਾਹ ਰਿਹਾ? ਹਾਂਜੀ ਹਰਦੀਪ, ਹੁਣ ਬੋਲੋ। ਕਿੰਨੇ ਸਾਲਾਂ ਬਾਅਦ ਇਹ ਨਵੀਂ ਪਾਲਿਸੀ ਚੇਂਜ ਹੋਈ ਹੈ? ਪਹਿਲਾਂ 1986 ਦੇ ਵਿੱਚ ਆਈ ਸੀ, ਉਸ ਤੋਂ ਬਾਅਦ ਹੁਣ ਆਈ ਹੈ। 34 ਜਾਂ 35 ਸਾਲ ਹੋ ਚੁੱਕੇ ਆ, 34 ਹੋ ਚੁੱਕੇ ਆ 86 ਤੋਂ ਬਾਅਦ। 86 ਦੀ ਪਾਲਿਸੀ ਦੇ ਵਿੱਚ ਇੱਕ ਸੋਧ ਕੀਤੀ ਗਈ ਸੀ, ਉਹ 1992 ਦੇ ਵਿੱਚ ਕੀਤੀ ਗਈ ਸੀ। ਇਹ ਵੀ ਤੁਸੀਂ ਯਾਦ ਰੱਖਣਾ, ਅਗਰ ਸੋਧ ਤੇ ਅਮੈਂਡਮੈਂਟ ਤੇ ਕੁਐਸਚਨ ਆਂਦਾ ਤਾਂ ਉਹ 1992 ਦੇ ਵਿੱਚ ਹੋਈ ਸੀ। 1992 ਚ ਉਹੀ ਰਮਸਾ ਵਾਲੀ ਐਡ ਕੀਤੀ ਗਈ। ਇਹ ਨਹੀਂ ਪਤਾ ਵੀਰੇ, ਲੇਕਿਨ ਜੋ ਹੈ ਉਦੋਂ ਦੀ ਪਾਲਿਸੀ ਸੀ ਉਹਦੇ ਵਿੱਚ ਸੋਧ ਹੋਈ ਸੀ 1992 ਦੇ ਵਿੱਚ। ਜੋ ਪਹਿਲਾਂ 1986 ਦੀ ਪਾਲਿਸੀ ਸੀ, ਐਜੂਕੇਸ਼ਨ ਪਾਲਿਸੀ। ਮੀਨੂ ਰਾਣੀ ਸਰ ਡਿਟੇਲ ਚ ਦੱਸ ਦਿਓ ਪਲੀਜ਼, ਕੀ ਡਿਟੇਲ ਵਿੱਚ ਪੁੱਛਣਾ ਚਾਹ ਰਹੇ ਹੋ ਮੀਨੂ ਰਾਣੀ? ਮਾਈਕ ਅਨਮਿਊਟ ਕਰ ਲਓ। ਹੋਰ ਕਿਸੇ ਦਾ ਹੈ ਕੋਈ ਕੁਐਸਚਨ? ਨਹੀਂ, ਜੋ ਐਜੂਕੇਸ਼ਨ ਹੈ ਉਹ ਨਾ, ਅਗਰ ਆਪਾਂ ਦੇਖਿਆ ਜਾਏ ਤਾਂ ਜੋ 3 ਸੂਚੀਆਂ ਹੁੰਦੀਆਂ, ਸਮਵਰਤੀ ਸੂਚੀ ਹੁੰਦੀ ਹੈ, ਇੱਕ ਜਿਹਨੂੰ ਸਾਂਝੀ ਸੂਚੀ ਵੀ ਕਿਹਾ ਜਾਂਦਾ ਹੈ, ਇੱਕ ਰਾਏ ਸੂਚੀ ਹੁੰਦੀ ਹੈ, ਔਰ ਇੱਕ ਸੈਂਟਰ ਦੀ ਸੂਚੀ ਹੁੰਦੀ ਹੈ। ਅਗਰ 7ਵੀਂ ਅਨੁਸੂਚੀ ਦੀ ਗੱਲ ਕਰੀਏ ਤਾਂ ਸੰਵਿਧਾਨ ਦੇ ਵਿੱਚ ਜੋ 7ਵੀਂ ਅਨੁਸੂਚੀ ਹੈ, ਉਹਦੇ ਅਕੋਰਡਿੰਗ ਜੋ ਸਿੱਖਿਆ ਹੈ, ਜੋ ਐਜੂਕੇਸ਼ਨ ਹੈ, ਉਹ ਬੇਸਿਕਲੀ ਗਵਰਨਮੈਂਟ ਦੇ ਪੱਧਰ ਤੇ, ਜੋ ਸਟੇਟ ਦੇ ਪੱਧਰ ਤੇ ਆ, ਉਹਦਾ ਸਟੇਟ ਦਾ ਹੈ, ਸਟੇਟ ਦਾ ਜੋ ਵਿਸ਼ਾ ਹੈ। ਠੀਕ ਹੈ, ਹੋ ਸਕਦਾ ਹੈ ਇਹ ਸਾਂਝੀ ਪਾਲਿਸੀ ਇਸ ਲਈ ਬਣਾਈ ਜਾਂਦੀ ਹੈ ਕਿਉਂਕਿ ਅਗਰ ਸੈਂਟਰ ਇਹਦੇ ਉੱਪਰ ਕੋਈ ਪਾਲਿਸੀ ਬਣਾਉਂਦੀ ਆ ਔਰ ਸਟੇਟ ਵੀ ਇਹਦੇ ਉੱਪਰ ਪਾਲਿਸੀ ਬਣਾਉਂਦੀ ਆ, ਤਾਂ ਸੰਵਿਧਾਨਕ ਤੌਰ ਤੇ ਸੈਂਟਰ ਦੀ ਪਾਲਿਸੀ ਨੂੰ ਪਹਿਲ ਦਿੱਤੀ ਜਾਂਦੀ ਆ, ਸਟੇਟ ਦੀ ਪਾਲਿਸੀ ਉਹ ਰੱਦ ਹੋ ਜਾਂਦੀ ਆ ਉਦੋਂ। ਅਗਰ ਇਹਨੂੰ ਆਪਾਂ ਕਿਸਾਨਾਂ ਦੇ ਜੋ ਕਾਨੂੰਨ ਆ ਉਹਨਾਂ ਨੂੰ ਲੈ ਕੇ ਚੱਲੀਏ ਤਾਂ ਕਿਸਾਨੀ ਤੇ ਜੋ ਵੀ ਸੈਂਟਰ ਦਾ ਲਾਅ ਬਣਿਆ ਉਹ ਸਟੇਟ ਤੋਂ ਅੱਪਰ ਰਹੇਗਾ, ਹਾਈ ਰਹੇਗਾ, ਸੰਵਿਧਾਨ ਜੋ ਕਹਿ ਰਿਹਾ ਉਸ ਦੇ ਅਕੋਰਡਿੰਗ, ਕਿਉਂਕਿ ਇਹ ਸਾਂਝੀ ਸੂਚੀ ਦੇ ਵਿੱਚ ਵਿਸ਼ਾ ਆ ਜਾਂਦਾ ਨਾ। ਸੋ 34 ਈਅਰ, ਹਾਂ ਰਾਜਵਿੰਦਰ ਕੌਰ 34 ਈਅਰ ਹੀ ਹੈ। ਮੀਨੂ ਰਾਣੀ ਨੈਟ ਪ੍ਰੋਬਲਮ ਹੋ ਰਹੀ ਹੈ ਸਰ। ਹਾਂ ਮੀਨੂ ਰਾਣੀ ਤੁਸੀਂ ਟਾਈਪ ਕਰਕੇ ਲਿਖ ਦਿਓ, ਮੈਂ ਰਿਪਲਾਈ ਕਰ ਦਿੰਦਾ। ਪੇਪਰ ਕਲੀਅਰ ਕਰਨ ਲਈ ਕਿੰਨੇ ਮਾਰਕਸ ਕੰਪਲਸਰੀ? ਮਮਤਾ ਗੋਮਰਾ ਕਹਿ ਰਿਹਾ ਪੇਪਰ ਕਲੀਅਰ ਕਰਨ ਲਈ ਕਿੰਨੇ ਮਾਰਕਸ ਜ਼ਰੂਰੀ ਆ। ਦੇਖੋ ਵੈਕੈਂਸੀਜ਼ ਕਾਫੀ ਨੇ ਐਨਟੀਟੀ ਦੇ ਵਿੱਚ, 8000 ਤੋਂ ਉੱਪਰ ਆ। ਮੈਰਿਟ ਜੋ ਹੈ ਹਜੇ ਤਾਂ ਨਹੀਂ ਕੁਝ ਕਹਿ ਸਕਦੇ ਕਿਉਂਕਿ ਪੇਪਰ ਹੋਣ ਦੇ ਵੀ ਚਾਂਸਿਸ ਹਜੇ ਪਤਾ ਨਹੀਂ ਹੈ ਕਿ ਉਹ ਜੋ ਡੇਟ ਉਹਨਾਂ ਨੇ ਅਨਾਉਂਸ ਕੀਤੀ ਹੈ ਉਦੋਂ ਹੋਏਗਾ। ਸੋ ਪਹਿਲਾਂ ਕੋਈ ਗੈਸ ਕਰਨਾ ਇਹ ਗਲਤ ਆ। ਜਦੋਂ ਪੇਪਰ ਹੋ ਜਾਏਗਾ ਉਸੇ ਦਿਨ ਹੀ ਗੈਸ ਕੀਤਾ ਜਾ ਸਕਦਾ, ਕਿ ਪੇਪਰ ਨੂੰ ਦੇਖ ਕੇ ਗੈਸ ਕੀਤਾ ਜਾ ਸਕਦਾ ਕਿ ਕਿੰਨੇ ਤੱਕ ਮੈਰਿਟ ਜਾਏਗੀ। ਜੋ ਪਹਿਲਾਂ ਗੈਸ ਕਰ ਰਹੇ ਆ ਉਹ ਬੱਚਿਆਂ ਨੂੰ ਹੀ ਨਹੀਂ ਦੇਖ ਰਹੇ ਕਿ ਕਿੰਨਾ ਨੇ ਕਿੰਨਾ ਕੁ ਪੜਿਆ ਹੋਇਆ। ਸੋ ਐਨਟੀਟੀ ਦਾ ਐਗਜ਼ਾਮ ਵੀ ਫਸਟ ਟਾਈਮ ਹੋ ਰਿਹਾ। ਮੀਨੂ ਰਾਣੀ ਕਹਿ ਰਿਹਾ ਸਰ ਇਸ ਵਿੱਚ ਐਸਸੀ ਜਨਰਲ ਦੀ ਅਲੱਗ ਮੈਰਿਟ ਹੋਊਗੀ। ਹਾਂ ਅਗਰ ਪੋਸਟਾਂ ਅਲੱਗ-ਅਲੱਗ ਨੇ ਤਾਂ ਸਭ ਦੀ ਅਲੱਗ-ਅਲੱਗ ਮੈਰਿਟ ਜਾਏਗੀ। 10 ਮਿੰਟ ਆ ਤੁਹਾਡੇ ਕੋਲ, ਅਗਰ ਕਿਸੇ ਦਾ ਹੋਰ ਡਾਊਟ ਹੈ ਤਾਂ ਪੁੱਛ ਸਕਦੇ ਹੋ, ਫਿਰ ਆਪਾਂ ਕਲੋਜ਼ ਕਰ ਦਿੰਦੇ। ਇੱਕ ਹੋਰ ਰਿਕੁਐਸਟ ਕਰੀਏ। ਹਾਂਜੀ ਆਪਸ਼ਨ ਟਾਈਪ ਕੁਐਸਚਨ ਬਣਾ ਦੋਗੇ ਕੱਲ ਦੇ ਲੈਕਚਰ ਵਿੱਚ? ਆਪਸ਼ਨ ਟਾਈਪ ਵੈਸੇ ਤਾਂ ਮੈਂ ਦੱਸ ਚੁੱਕਿਆ ਲੈਕਚਰ ਦੇ ਵਿੱਚ ਕਿ ਕਿੱਥੋਂ ਕਿੱਥੋਂ ਕੀ ਕੁਐਸਚਨ ਆ ਸਕਦਾ ਹੈ। ਅਗਰ ਫਿਰ ਵੀ ਤੁਹਾਡੀ ਰਿਕੁਐਸਟ ਹੈ ਤਾਂ ਮੈਂ ਟਰਾਈ ਕਰਾਂਗਾ ਆਪਦੇ ਵੱਲੋਂ। ਓਕੇ ਨਵੀਂ ਪਾਲਿਸੀ ਵਿੱਚ ਤੁਸੀਂ ਇੱਕ ਨਾਮ ਦੱਸਿਆ ਸੀ ਕਿ ਕੀ ਸੀ? ਕ੍ਰਿਸ਼ਨਾ ਮੂਰਤੀ ਦੱਸਿਆ ਸੀ ਇਹਨਾਂ ਦਾ ਨਾਮ, ਕੇ ਕਸਤੂਰੀ ਰੰਗਨ। ਇਹਦੇ ਉੱਪਰ ਹੀ ਡੈਫੀਨੇਟਲੀ ਕੁਐਸਚਨ, ਅਗਰ ਕੋਈ ਵੱਡੇ ਲੈਵਲ ਦੇ ਐਗਜ਼ਾਮ ਦੀ ਤਿਆਰੀ ਕਰ ਰਿਹਾ ਤਾਂ ਉਹਦੇ ਚੇਅਰਮੈਨ ਜੋ ਸੀ ਕੇ ਕਸਤੂਰੀ ਰੰਗਨ ਸੀ, ਉਹਦੇ ਉੱਪਰ ਕੁਐਸਚਨ ਜ਼ਰੂਰ ਪੁੱਛਿਆ ਜਾਏਗਾ ਅਗਰ ਨਿਊ ਐਜੂਕੇਸ਼ਨ ਪਾਲਿਸੀ ਤੇ ਕੁਐਸਚਨ ਆਉਂਦਾ ਹੈ ਤਾਂ। ਸੋ ਇਹਨਾਂ ਦਾ ਨਾਮ ਯਾਦ ਰੱਖ ਲਓ, ਕੇ ਕਸਤੂਰੀ ਰੰਗਨ।
ਹੋਰ ਕਿਸੇ ਦਾ ਹੈ ਕੋਈ ਡਾਊਟ? सर हर सेक्शन क्लियर करना जरूरी है क्या पेपर? ममता गोमरा, हर सेक्शन क्लियर करना ਜ਼ਰੂਰੀ ਨਹੀਂ ਹੈ। ਮੇਨਲੀ ਉੱਥੇ ਤੁਹਾਡੇ ਮਾਰਕਸ ਹੀ ਟੋਟਲ ਮਾਰਕਸ ਹੀ ਉੱਥੇ ਦੇਖੇ ਜਾਣਗੇ ਕਿ ਕਿੰਨੇ ਟੋਟਲ ਆ ਰਹੇ ਆ ਤੁਹਾਨੂੰ। ਮਮਤਾ ਗਲੋਤਰਾ ਕਹਿ ਰਿਹਾ ਆ ਟੌਪਿਕ ਦਾ ਲਿੰਕ ਸੈਂਡ ਕਰ ਦੇਣਾ ਗਰੁੱਪ ਵਿੱਚ। ਟੌਪਿਕ ਜੋ ਹੈ YouTube ਤੇ ਉੱਪਰ ਚੜੇਗਾ, ਉਹਦਾ ਲਿੰਕ ਸਭ ਨੂੰ ਮਿਲ ਜਾਏਗਾ। ਹੋਰ ਕਿਸੇ ਦਾ ਕੋਈ ਡਾਊਟ ਹੈ? ਮੀਨੂ ਰਾਣੀ ਨੇ ਹੈਂਡ ਰੇਜ਼ ਕੀਤਾ ਹੋਇਆ, ਬੋਲ ਸਕਦੇ ਹੋ। ਕਿਸੇ ਦਾ ਹੈ ਕੋਈ ਡਾਊਟ ਜਾਂ ਕਰ ਦਈਏ ਕਲੋਜ਼ ਫਿਰ? ਓਕੇ ਓਕੇ ਓਕੇ। ਹਾਂਜੀ ਗੁੱਡ ਮਾਰਨਿੰਗ ਸਰ। ਹਾਂਜੀ ਹਰਮਨਜੋਤ, ਗੁੱਡ ਮਾਰਨਿੰਗ ਸਰ। ਮੈਂ ਕਲਾਸ ਹਾਫ ਦੀ ਹੁੰਦੀ ਹੈ। ਐਕਚੁਅਲੀ ਜ਼ੂਮ ਮੀਟਿੰਗ ਤੇ ਨਾ 40 ਮਿੰਟ ਤੋਂ ਵੱਧ ਕਲਾਸ ਹੋ ਨਹੀਂ ਰਹੀ। ਅਗਰ ਗੂਗਲ ਮੀਟ ਤੇ ਕਹੋਗੇ ਤਾਂ ਤੁਸੀਂ ਉੱਥੇ 1 ਘੰਟੇ ਦੀ ਲੱਗ ਜਾਏਗੀ, ਕਿਉਂਕਿ ਫਿਰ ਤੁਹਾਨੂੰ ਗੂਗਲ ਮੀਟ ਡਾਊਨਲੋਡ ਕਰਨਾ ਪਏਗਾ। ਸਰ ਉਹਨੇ ਸਪੇਸ ਕੀਟ ਲੈਂਦੀ ਹੈ ਕਿ ਨਹੀਂ ਫਿਰ ਮੀਟ ਡਾਊਨਲੋਡ ਕਰ ਲੈਣੇ ਸਾਰੇ। ਹਾਂ ਗੂਗਲ ਮੀਟ ਡਾਊਨਲੋਡ ਕਰ ਲਓ, ਫਿਰ ਉਹਦੇ ਤੇ 1 ਆਵਰ ਤੋਂ ਜ਼ਿਆਦਾ ਵੀ 1 ਆਵਰ ਤੋਂ ਜ਼ਿਆਦਾ ਵੀ ਹੋ ਜਾਏਗੀ, ਕਿਉਂਕਿ ਜ਼ੂਮ ਮੀਟਿੰਗ 40 ਮਿੰਟ ਤੋਂ ਜ਼ਿਆਦਾ ਟਾਈਮ ਦੇ ਰਹੀ ਨਹੀਂ ਰਿਹਾ। ਹਾਂ ਹਾਂ ਜ਼ੂਮ ਮੀਟਿੰਗ ਤੇ 40 ਮਿੰਟ ਦੀ ਹੋ ਰਹੀ ਆ, ਸੋ ਇਸੇ ਕਰਕੇ 40 ਮਿੰਟ ਦਾ ਹੀ ਲੈ ਰਹੇ ਆ ਆਪਾਂ। ਹਾਂ ਹਾਂ ਮੀਟ ਡਾਊਨਲੋਡ ਕਰ ਲਓ, ਫਿਰ ਕੱਲ ਤੋਂ ਮੀਟ ਤੇ ਵੇਖ ਲਾਂਗੇ। ਦੇਖੋ ਮੇਨਲੀ ਆਪਾਂ ਸਿਲੇਬਸ ਅਗਰ ਕਵਰ ਨਹੀਂ ਹੋਏਗਾ ਐਗਜ਼ਾਮ ਤੋਂ ਪਹਿਲਾਂ ਤਾਂ 2 ਕਲਾਸਿਸ ਜਾਂ 3 ਵੀ ਹੋ ਸਕਦੀਆਂ ਇੱਕ ਦਿਨ ਦੇ ਵਿੱਚ। ਬੇਸਿਕਲੀ ਮੈਂ ਸੈਕਸ਼ਨ ਈ ਦੇ ਵਿੱਚ 1 ਜਾਂ 2 ਹੀ ਟੌਪਿਕ ਬਚੇ ਆ ਹੋਰ, ਸੋ ਉਹਨਾਂ ਨੂੰ ਬੇਸਿਕਲੀ ਦੇਖਾਂਗਾ ਕਿ ਕੱਲ ਕਵਰ ਕਰਦਾ, ਔਰ ਫਿਰ ਸੈਕਸ਼ਨ ਐਫ ਰਹਿ ਜਾਏਗਾ, ਉਹਨੂੰ ਆਪਾਂ ਦੇਖਾਂਗੇ ਕਿ 2-3 ਦਿਨ ਦੇ ਵਿੱਚ ਕਵਰ ਕਰ ਦਈਏ। ਸੋ ਬਾਕੀ ਤਾਂ ਜੀਕੇ ਸਭ ਨੇ ਹੀ ਪੜ੍ਹੀ ਆ, ਪੰਜਾਬੀ ਲੈਂਗੁਏਜ ਵੀ ਸਭ ਨੇ ਪੜ੍ਹੀਆਂ ਹੁੰਦੀਆਂ, ਗ੍ਰਾਮਰ ਦੇ ਵਿੱਚੋਂ ਆਉਂਦਾ, ਔਰ ਫਿਰ ਸੀਡੀਪੀ ਰਹਿ ਜਾਂਦਾ, ਉਹਦੇ ਉੱਪਰ ਵੇਖ ਲਾਂਗੇ ਆਪਾਂ ਕਲਾਸਿਸ। ਵੀਰੇ 1 ਬਾਈ 1 ਐਸ਼ਵਰਿਆ ਬੋਲੋ, ਫਿਰ ਸੁਨੀਲ ਬੋਲ ਲਿਓ ਤੁਸੀਂ। ਇੱਕ ਵਾਰੀ ਸਰ ਪਤਾ ਲੱਗ ਜਾ ਸਾਰਿਆਂ ਨੂੰ, ਮਤਲਬ ਕਿ ਉਹ ਵੀ ਜਿੰਨੇ ਵੀ ਕੁਐਸਚਨ ਨੇ ਆ ਰਹੇ ਨੇ ਜਾਂ ਆਉਣਗੇ, ਇਸ ਤਰ੍ਹਾਂ ਸਾਰੇ ਨਜ਼ਰਾਂ ਨਿਕਲ ਜਾਣਗੇ ਕਿ ਆਹ ਚੱਕ ਤੁਸੀਂ ਆ ਕੁਐਸਚਨ ਆਏ ਸੀ। ਹਾਂਜੀ ਵੈਸੇ ਤਾਂ ਜ਼ੂਮ ਮੀਟਿੰਗ ਜੋ ਹੈ YouTube ਤੇ ਵੀ ਅਪਲੋਡ ਹੋ ਰਹੀ ਹੈ, ਕਿਉਂਕਿ ਤੁਹਾਨੂੰ ਰਿਵੀਜ਼ਨ ਵੀ ਚਾਹੀਦੀ ਹੈ। ਇੱਕ ਵਾਰੀ ਮੀਟਿੰਗ ਦੇ ਵਿੱਚ ਕੁਝ ਨਹੀਂ ਸਮਝ ਆਏਗਾ, ਇੱਕ ਵਾਰੀ ਮੀਟਿੰਗ ਜੋ ਹੁੰਦੀ ਆ ਉਹ ਦਿਮਾਗ ਦੇ ਵਿੱਚ ਬਿਠਾਉਣ ਲਈ ਹੈ ਕਿ ਇਹ ਟੌਪਿਕ ਆਪਾਂ ਕਰਨਾ ਹੈ ਸਿਲੇਬਸ ਦੇ ਵਿੱਚ। ਸੋ ਦੇਖਦੇ ਹਾਂ ਕਿ ਇਹਦੇ ਉੱਪਰ ਆਪਾਂ ਕੁਐਸਚਨ ਵੀ ਬਣਾ ਲਈਏ। ਹਾਂ ਹਾਂ ਪੂਰੇ ਸਿਲੇਬਸ ਤੇ ਦੇਖ ਲਾਂਗੇ, 2 ਜਾਂ 3 ਮੋਕ ਬਣਾ ਦਾਂਗੇ, ਫਿਰ ਉਹ ਮੋਕ ਹੀ ਆਪਾਂ ਗਰੁੱਪ ਵਿੱਚ ਵੀ ਪਾ ਦਾਂਗੇ, ਸ਼ੇਅਰ ਕਰ ਦਾਂਗੇ। ਉਹਨੂੰ ਪਤਾ ਲੱਗ ਜਾਏਗਾ ਕਿ ਆਪਸ਼ਨ ਦਿੱਤੀਆਂ ਕੁਐਸਚਨ ਇਸ ਤਰ੍ਹਾਂ ਪੇਪਰ ਚ ਆਉਣਗੇ ਤੇ ਹੋਏਗਾ। ਹਾਂਜੀ 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 ਸੁਨੀਲ। ਹਾਂਜੀ ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ ਜੀ। ਸਰ ਜੀ ਮੈਂ ਥੋੜੀ ਕਨਫਿਊਜ਼ਨ ਹੋ ਰਹੀ ਸੀ, ਮੈਂ ਪੁੱਛਦਾ ਸੀਗਾ ਜਿਹੜੀ ਜੂਮ ਮੀਟਿੰਗ ਹੈ ਇਹ ਸਾਰੇ ਹੀ ਅਧਿਆਪਕਾਂ ਵਾਸਤੇ ਜ਼ਰੂਰੀ ਹੈ ਜਾਂ ਮਿਡਲ ਹਾਈ ਸੈਕੰਡਰੀ ਦਾ ਕੋਈ ਮੈਟਰ ਇਹਦੇ ਵਿੱਚ? ਜੋ ਅੱਜ ਦੀ ਮੀਟਿੰਗ ਸੀ ਉਹ ਮੈਂ ਸਪੈਸ਼ਲੀ ਗਰੁੱਪ ਦੇ ਵਿੱਚ ਮੈਂਸ਼ਨ ਕੀਤਾ ਸੀ ਕਿ ਕੋਈ ਵੀ ਐਗਜ਼ਾਮ ਦੀ ਪੰਜਾਬ ਦੀ ਜਾਂ ਸੈਂਟਰ ਦੀ ਤਿਆਰੀ ਕਰ ਰਿਹਾ, ਉਹ ਸਭ ਲਈ ਹੈ ਇਹ ਮੀਟਿੰਗ ਅੱਜ ਦੀ, ਕਿਉਂਕਿ ਇਹ ਐਜੂਕੇਸ਼ਨ ਪਾਲਿਸੀ 2020 ਹਰੇਕ ਸਟੇਟ ਦੇ ਵਿੱਚ ਲਾਗੂ ਹੋ ਰਹੀ ਹੈ, ਸਿਰਫ ਪੰਜਾਬ ਦੇ ਵਿੱਚ ਲਾਗੂ ਨਹੀਂ ਹੋ ਰਹੀ। ਠੀਕ ਹੈ ਅਸੀਂ ਸੈਂਤੀ ਚਾਰ ਵਾਲੇ ਜਿਹੜੇ ਨਵੇਂ ਜੁਆਇਨ ਹੋਏ ਸੀ ਟੀਚਰ ਬੀਐਡ ਦੇ ਵਿੱਚ। ਹਾਂਜੀ ਬੀਐਡ ਦੇ ਵਿੱਚ। ਓਕੇ ਹਾਂਜੀ ਹਾਂਜੀ ਚਾਹੁੰਦਾ ਸੀਗਾ ਸਰ ਵੀ ਸਾਡੇ ਵਾਸਤੇ ਜ਼ਰੂਰੀ ਹੈ ਕਿ ਨਹੀਂ ਜੀ? ਹਾਂਜੀ ਅਗਰ ਤੁਸੀਂ ਐਗਜ਼ਾਮ ਦੇ ਰਹੇ ਹੋ, ਅਗਰ ਤੁਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਹੋ ਫਿਰ ਤਾਂ ਕੀ ਲਗਾਉਣੀ, ਵੈਸੇ ਅਗਰ ਤੁਹਾਨੂੰ ਨੌਲੇਜ ਲਈ ਚਾਹੀਦੀ ਹੈ ਤਾਂ ਤੁਸੀਂ ਲਗਾ ਸਕਦੇ ਹੋ, ਅਗਰ ਐਗਜ਼ਾਮ ਦੇਣਾ ਤਾਂ ਇਹ ਤੁਹਾਡੇ ਲਈ ਜ਼ਰੂਰੀ ਹੈ। ਮੇਰੀ ਸਿਲੈਕਸ਼ਨ ਵੀ ਹੋ ਚੁੱਕੀ ਹੈ ਜੀ। ਫਿਰ ਤਾਂ ਕੰਗ੍ਰੈਚੁਲੇਸ਼ਨਸ। ਮੈਂ ਤੁਹਾਨੂੰ ਆਉਣ ਦੀ ਲੋੜ ਤਾਂ ਨਹੀਂ ਹੈਗੀ।
ਵੈਸੇ ਤੁਹਾਨੂੰ ਇਹ ਪਤਾ ਤਾਂ ਹੋਣਾ ਚਾਹੀਦਾ ਹੈ ਕਿ ਨਿਊ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਕੀ ਆਇਆ ਹੈ। ਸਪੈਸ਼ਲੀ ਇਹ ਟੀਚਰ ਲਈ ਆ ਔਰ ਕੀ ਟੀਚਰ ਨੇ ਕਿਵੇਂ ਪੜਾਉਣਾ ਹੈ। ਸੋ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ। ਕੱਲ ਨੂੰ ਡੀਸੀ ਜਾਂ ਡੀਓ ਰੇਡ ਮਾਰਦਾ ਹੈ ਨਿਊ ਐਜੂਕੇਸ਼ਨ ਪਾਲਿਸੀ ਬਾਰੇ, ਤੁਹਾਨੂੰ ਪੁੱਛਦਾ ਤਾਂ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਹਾਂਜੀ, ਹੁਣ ਇਹ ਪਾਲਿਸੀ ਜਦੋਂ ਵੀ ਲਾਗੂ ਹੋਏਗੀ, ਬੇਸਿਕਲੀ ਕੋਵਿਡ ਕਰਕੇ ਕੁਝ ਕਨਫਰਮ ਨਹੀਂ ਹੋ ਰਿਹਾ ਕਿ ਇਹ ਲਾਗੂ ਹੋ ਚੁੱਕੀ ਹੈ ਜਾਂ ਨਹੀਂ। ਸੋ ਜਦੋਂ ਵੀ ਕਨਫਰਮ ਹੋਏਗਾ ਤਾਂ ਇਹ ਇੰਟੀਗ੍ਰੇਟਿਡ ਕੋਰਸ ਜੋ ਹੈ ਉਹ ਸ਼ੁਰੂ ਹੋ ਜਾਏਗਾ। ਹੋਰ ਕਿਸੇ ਦਾ ਕੋਈ ਡਾਊਟ ਹੈ? ਇੱਕ ਵਾਰੀ ਮੈਸੇਜ ਵੀ ਦੇਖ ਲਓ। ਦੇਖੋ ਕੋਵਿਡ ਚੱਲ ਰਿਹਾ ਨਾ, ਸਕੂਲ ਵੀ ਓਪਨ ਨਹੀਂ ਹੋ ਰਹੇ ਆ। ਹਾਂ, ਕੋਵਿਡ ਕਰਕੇ ਕੋਈ ਗਾਈਡਲਾਈਨ ਵੀ ਫੋਲੋ ਹੋਣੀਆਂ ਚਾਹੀਦੀਆਂ ਨਾ। ਬੱਚੇ ਜਾਣਗੇ ਤਾਂ ਹੀ ਕੋਈ ਪਾਲਿਸੀ ਲਾਗੂ ਹੋਏਗੀ। ਬੱਚੇ ਤਾਂ ਘਰ ਬਹਿ ਕੇ ਪੜ੍ਹਾ ਰਹੇ ਆ ਟੀਚਰ ਉਹਨਾਂ ਨੂੰ। ਮਮਤਾ ਗਲੋਤਰਾ ਕਹਿ ਰਹੀ ਆ ਟਾਈਮ 12 ਵਜੇ ਰੱਖੋ ਮੀਟਿੰਗ ਦਾ ਪਲੀਜ਼ ਸਰ, ਇਸ ਟਾਈਮ ਫ੍ਰੀ ਨਹੀਂ ਹੋਇਆ ਜਾਂਦਾ। ਸ਼ੀਨੂ ਗੁੰਬਰ ਕਹਿ ਰਿਹਾ ਸਰ ਡੇਲੀ 2 ਲਗਾ ਲਿਆ ਕਰੋ, ਇੱਕ ਵਿੱਚ MCQ ਕਰਾ ਦਿਆ ਕਰੋ, ਇੱਕ ਚ ਟੌਪਿਕ। ਹਾਂ, ਦੇਖਦੇ ਹਾਂ, ਡੇਲੀ 2 ਕਰ ਦਾਂਗੇ। ਹੋਰ ਕਿਸੇ ਦਾ ਕੋਈ ਡਾਊਟ? ਹਾਂਜੀ ਮੰਜੂ। ਹੈਲੋ, ਹਾਂਜੀ ਮੰਜੂ। ਓਕੇ, ਕੋਈ ਗੱਲ ਨਹੀਂ। ਹਾਂ, ਹੋਰ ਕਿਸੇ ਦਾ ਹੈ ਕੋਈ ਡਾਊਟ? ਵੈਸੇ ਵੀ ਹੋਰ ਹੋਣ ਵਾਲੀ ਆ ਮੀਟਿੰਗ 1-2 ਮਿੰਟ ਦੇ ਵਿੱਚ, ਅਗਰ ਕਿਸੇ ਦਾ ਹੈ ਤਾਂ ਪੁੱਛ ਲਓ, ਫਿਰ ਗਰੁੱਪ ਦੇ ਵਿੱਚ ਪੁੱਛੋਗੇ ਜਾਂ ਪਰਸਨਲੀ ਮੈਸੇਜ ਕਰਕੇ ਪੁੱਛੋਗੇ। ਉਸ ਨਾਲ ਚੰਗਾ ਹੈ ਕਿ ਬਾਕੀਆਂ ਦੇ ਵੀ ਅਗਰ ਮਨ ਵਿੱਚ ਕੋਈ ਸ਼ੰਕਾ ਹੈ ਤਾਂ ਉਹ ਕਲੀਅਰ ਹੋ ਜਾਏਗੀ। ਸੋ ਵੀਰੇ ਹੁਣ ਤਾਂ ਮੈਨੂੰ ਲੱਗਦਾ 9 ਸੀ ਲਾਸਟ ਡੇਟ ਅਪਲਾਈ ਕਰਨ ਦੀ ਵੀ। ਉਹ ਵੈਸੇ ਕਈਆਂ ਨੇ ਕੀਤਾ, ਅਗਰ ਰੱਖਣਗੇ ਜਾਂ ਨਹੀਂ ਇਹ ਸਕਰੂਟਨੀ ਵੇਲੇ ਪਤਾ ਲੱਗੇਗਾ। ਹਾਂ, ਕੋਰਟ ਵਿੱਚ ਕੇਸ ਲਾਣਾ ਪਏਗਾ ਤੁਹਾਨੂੰ ਪਟੀਸ਼ਨਰ ਬਣਨ ਲਈ। ਤੁਸੀਂ ਹਾਈ ਕੋਰਟ ਵਿੱਚ ਕੇਸ ਕਰ ਦਿਓ, ਵਕੀਲ ਨਾਲ ਕੋਈ ਸਲਾਹ ਕਰਕੇ। ਵੈਸੇ ਬਣੇ ਹੋਏ ਆ ਕੋਈ ਪਟੀਸ਼ਨਰ ਪਹਿਲਾਂ ਵੀ। ਸੋ ਤੁਸੀਂ ਅਗਰ ਗਰੁੱਪਸ ਦੇ ਵਿੱਚ ਦੇਖੋਗੇ ਤਾਂ ਉਹ ਪਹਿਲਾਂ ਵੀ ਪਟੀਸ਼ਨਰ ਹੈ ਕੋਈ। ਸੋ ਉਹਨਾਂ ਨਾਲ ਤੁਸੀਂ ਮੀਟਿੰਗ ਕਰਕੇ ਦੇਖ ਲਓ।